ਸਾਂਝਾ ਟੀਵੀ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮੁੱਦੇ ਤੇ ਚਰਚਾ। ਮੁੱਦੇ ਵੈਸੇ ਕਈ ਆ ਪਰ ਸਾਰਿਆਂ ਦਾ ਸੰਬੰਧ ਇੱਕ ਥਾਂ ਤੇ ਆ, ਯਾਨੀ ਕਿ ਕੇਂਦਰ ਸਰਕਾਰ ਨਾਲ। ਸਭ ਤੋਂ ਵੱਡਾ ਮੁੱਦਾ ਤਾਂ ਇਹ ਆ ਕਿ ਜਿਹੜੇ ਰੈਸਲਰ ਜਿਹੜੇ ਕਿ ਖਿਡਾਰੀ ਨੇ, ਖਾਸ ਕਰਕੇ ਮਹਿਲਾਵਾਂ ਜਿਹੜੀਆਂ ਖਿਡਾਰੀ ਆ, ਜਿਹੜੇ ਆਪਣੇ ਮਾਣ ਸਤਿਕਾਰ ਦੇ ਨਾਲ ਲਈ ਲੜ ਰਹੀਆਂ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ ਪਹਿਲਾਂ ਬੈਠੇ ਸੀ। ਪੁਲਿਸ ਨੇ ਖਦੇੜ ਤੇ ਜਿਸ ਦਿਨ ਲੋਕ ਸਭਾ ਦੀ ਨਵੀਂ ਇਮਾਰਤ ਦੀ ਉਦਘਾਟਨ ਸੀ ਉਸ ਦਿਨ ਦੀ ਗੱਲ ਇਹ। ਔਰ ਲੰਬਾ ਸਮਾਂ ਹੋ ਗਿਆ ਸੰਘਰਸ਼ ਕਰਦਿਆਂ ਨੂੰ, ਕੋਈ ਇਨਸਾਫ ਨਹੀਂ ਮਿਲ ਰਿਹਾ। ਤਾਂ ਆਖਰ ਇਹਨਾਂ ਨੇ ਫੈਸਲਾ ਅੱਜ ਕੀਤਾ ਕਿ ਅਸੀਂ ਜਿਹੜੇ ਮੈਡਲ ਮਿਲੇ ਸਾਨੂੰ, ਜਿਹੜੇ ਉਹਨਾਂ ਨੇ ਦੁਨੀਆ ਭਰ ਚੋਂ ਮੈਡਲ ਜਿੱਤ ਕੇ ਮਾਣ ਸਤਿਕਾਰ ਦੇਸ਼ ਨੂੰ ਵੀ ਦਿੱਤਾ ਤੇ ਖੁਦ ਵੀ ਕਮਾਇਆ, ਉਹਨੂੰ ਗੰਗਾ 'ਚ ਬਹਾਉਣ ਦਾ ਫੈਸਲਾ ਕੀਤਾ ਆ। ਉਹਨਾਂ ਨੇ ਕਿਹਾ ਕਿ ਇਹ ਪਵਿੱਤਰ ਮੈਡਲ ਨੇ ਜਿਹੜੇ ਕਿ ਅਸੀਂ ਦੇਸ਼ ਦੇ ਲਈ ਜਿੱਤੇ ਸੀ। ਇਹਨਾਂ ਦਾ ਸਥਾਨ ਹੁਣ ਸਾਡੇ ਸਰੀਰਾਂ ਨਾਲ ਨਹੀਂ ਰਿਹਾ, ਕਿਉਂਕਿ ਸਾਡੇ ਸਰੀਰਾਂ ਨੂੰ ਉਹ ਮਾਣ ਸਤਿਕਾਰ ਨਹੀਂ ਮਿਲ ਰਿਹਾ ਜੋ ਮਿਲਣਾ ਚਾਹੀਦਾ ਸੀ। ਇਸ ਕਰਕੇ ਅਸੀਂ ਇਹਨੂੰ ਸਹੀ ਥਾਂ 'ਤੇ ਉੱਥੇ ਅਸੀਂ ਰੱਖਣ ਲੱਗੇ ਹਾਂ। ਮਾਂ ਗੰਗਾ ਤੋਂ ਵੱਧ ਕੋਈ ਪਵਿੱਤਰ ਥਾਂ ਨਹੀਂ ਹੈ। ਇਸ ਕਰਕੇ ਅਸੀਂ ਮਾਂ ਗੰਗਾ ਦੇ ਅਸੀਂ ਪਾਣੀ ਦੇ ਵਿੱਚ ਇਹਨਾਂ ਨੂੰ, ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖ ਕੇ ਅੱਜ ਆ ਰਹੇ ਹਾਂ। ਯਾਨੀ ਕਿ ਗੰਗਾ ਦੇ ਵਿੱਚ ਉਹ ਮੈਡਲ ਬਹਾਉਣਗੇ ਸਾਰੇ, ਕੁੜੀਆਂ ਵੀ ਔਰ ਮੁੰਡੇ ਵੀ ਜਿਹੜੇ ਪਹਿਲਵਾਨ ਨੇ। ਕਿਉਂਕਿ ਜਿਸ ਤਰ੍ਹਾਂ ਪੁਲਿਸ ਨੇ ਤਸ਼ੱਦਦ ਕੀਤੇ, ਜਿਸ ਤਰ੍ਹਾਂ ਉਹਨਾਂ ਨਾਲ ਉਹਨਾਂ ਦੀ ਖਿੱਚ ਧੂ ਕੀਤੀ ਗਈ, ਵਾਕਈ ਮਤਲਬ ਹੈ ਕਿ ਇਹ ਬਹੁਤ ਦੁੱਖਦਾਇਕ ਘਟਨਾ ਸੀ। ਇਹ ਸਰਕਾਰ ਚੁੱਪ ਹੈ। ਸਰਕਾਰ ਨੇ ਹਾਲੇ ਤੱਕ ਵੀ ਕੋਈ ਕਦਮ ਨਹੀਂ ਚੁੱਕਿਆ ਜਿਹਦੇ ਨਾਲ ਉਹਨਾਂ ਨੂੰ ਇੰਨੀ ਰਾਹਤ ਮਿਲ ਸਕੇ ਕਿ ਸਰਕਾਰ ਉਹਨਾਂ ਦੇ ਹੱਕ ਵਿੱਚ ਖੜੀ ਹੈ। ਸੋ ਇੱਕ ਤਾਂ ਮੁੱਦਾ ਇਹ ਆ ਜਿਹੜਾ ਅਸੀਂ ਵਿਚਾਰਨਾ। ਦੂਜਾ ਮੁੱਦਾ ਇਹ ਆ ਕਿ ਆਰਡੀਨੈਂਸ ਦੀ ਲੜਾਈ ਕੇਜਰੀਵਾਲ ਹੁਣੀ ਲੜ ਰਹੇ ਆ। ਔਰ ਜਿਹੜੀ ਇਹ ਲੜਾਈ ਹੈ, ਇਹ ਲੜਾਈ ਸਾਨੂੰ ਦੁਬਾਰਾ ਮੈਂ ਤੁਹਾਨੂੰ ਯਾਦ ਕਰਾਂਦਾ, ਦਿੱਲੀ ਸਰਕਾਰ ਦੀਆਂ ਸ਼ਕਤੀਆਂ ਖਿਲਾਫ ਕੇਂਦਰੀ ਆਰਡੀਨੈਂਸ ਦਾ ਮੁੱਦਾ 24 ਦੀਆਂ ਲੋਕ ਸਭਾ ਚੋਣਾਂ ਦੇ ਸਮੀਕਰਨ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ, ਖਾਸ ਕਰਕੇ ਵਿਰੋਧੀ ਧਿਰਾਂ ਵੱਲੋਂ। ਵਿਰੋਧੀ ਧਿਰਾਂ ਲਈ ਇਕੱਠੇ ਹੋਣ ਦਾ ਇੱਕ ਸਬਬ ਬਣ ਜਾਵੇਗਾ ਇਹ ਮੁੱਦਾ ਕਿ ਨਹੀਂ, ਵੱਡਾ ਸਵਾਲ ਹੈ ਇਸ ਵੇਲੇ। ਔਰ ਇਹ ਸਵਾਲ ਜਿਹੜਾ ਆ, ਇਹਦਾ ਜਵਾਬ ਕਾਂਗਰਸ ਕੋਲੇ ਪਿਆ ਆ। ਕਾਂਗਰਸ ਨੇ ਹਾਲੇ ਜਵਾਬ ਨਹੀਂ ਦਿੱਤਾ। ਕਾਂਗਰਸ ਇਹਦੇ ਲਈ ਸੋਚ ਰਹੀ ਹੈ ਕਿ ਕੀ ਕੀਤਾ ਜਾਏ। ਸ਼ਾਇਦ ਕਾਂਗਰਸ ਕੋਲ ਹੋਰ ਕੋਈ ਰਾਹ ਨਹੀਂ ਹੋਣਾ ਸਿਵਾਏ ਇਹਦੇ ਕਿ ਸਮਰਥਨ ਦਿੱਤਾ ਜਾਏ, ਕਿਉਂਕਿ ਅੱਗੇ ਜਾ ਕੇ 24 ਦੀਆਂ ਚੋਣਾਂ ਦੇ ਵਿੱਚ ਜੇ ਇਕਜੁੱਟਤਾ ਵਿਰੋਧੀ ਧਿਰਾਂ ਨੇ ਦਿਖਾਉਣੀ ਹੈ ਤਾਂ ਉਹਦੇ ਲਈ ਕਮ ਸੇ ਕਮ ਜਿਹੜਾ ਹੈਗਾ ਇੱਕ ਆਧਾਰ ਦੇ ਰੂਪ 'ਚ ਇਹਨੂੰ ਦੇਖਿਆ ਜਾ ਰਿਹਾ। ਕਿਉਂਕਿ 24 ਦੇ ਚੋਣਾਂ ਦੇ ਲਈ ਕਈ ਘਟਨਾਵਾਂ ਵਾਪਰ ਰਹੀਆਂ। ਜਿਵੇਂ ਅੱਜ ਸੁਬਰਾਮਨਿਅਮ ਸਵਾਮੀ ਨੇ ਕਹਿ ਦਿੱਤਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਚੋਣ ਲੜੂੰਗਾ ਵਾਰਾਣਸੀ ਤੋਂ। ਹੁਣ ਇਹ ਭਾਰਤੀ ਜਨਤਾ ਪਾਰਟੀ ਦੇ ਪੈਂਤੜੇ ਦੇ ਅਨੁਕੂਲ ਹੈ ਜਾਂ ਕੋਈ ਹੋਰ ਮਾਮਲਾ ਹੈ, ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ। ਲੇਕਿਨ 24 ਦੇ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਇਹਨਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਨੇ, ਜਿੱਥੇ ਵਿਰੋਧੀ ਧਿਰਾਂ ਨੂੰ ਸ਼ਕਤੀ ਪ੍ਰਦਰਸ਼ਨ ਕਰਨਾ ਪੈਣਾ, ਦਿਖਾਉਣਾ ਪੈਣਾ ਕਿ ਅਸੀਂ 24 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਤਕੜੀਆਂ ਹੈ। ਕਿਉਂਕਿ ਕਰਨਾਟਕਾ ਦੇ ਵਿੱਚ ਕਾਂਗਰਸ ਨੂੰ ਜਿੱਤ ਮਿਲੀ ਹੈ, ਉਸ ਤੋਂ ਬਾਅਦ ਹੌਸਲੇ ਬੁਲੰਦ ਨੇ। ਲੇਕਿਨ ਸਵਾਲ ਉਹੀ ਹੈ, ਸਵਾਲ ਇਹੀ ਹੈ ਕਿ ਕੀ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਚੱਲਣਗੀਆਂ। ਮੁੱਦਾ ਇਹ ਵੀ ਹੈ ਕਿ ਅੱਜ ਕੇਜਰੀਵਾਲ ਹੋਣਾ ਨੂੰ ਸੁੱਖੂ ਮਿਲੇ ਨੇ, ਹਿਮਾਚਲ ਦੇ ਮੁੱਖ ਮੰਤਰੀ। ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਕੀ ਗੱਲਬਾਤ ਹੋਈ। ਕਹਿਣ ਨੂੰ ਤਾਂ ਇਹ ਹੈ ਕਿ ਇੱਕ ਜਿਹੜਾ ਵਿਵਾਦ ਚੱਲ ਰਿਹਾ ਪੰਜਾਬ ਦੇ ਨਾਲ, ਹਿਮਾਚਲ ਦਾ ਜਿਹੜਾ ਛਾਨਣ ਪ੍ਰੋਜੈਕਟ ਹੈ, ਪਨ ਪ੍ਰੋਜੈਕਟ ਪੁਰਾਣਾ ਜਿਹੜਾ ਅੰਗਰੇਜ਼ਾਂ ਵੇਲੇ ਦੇ ਸਮੇਂ ਦਾ, ਉਹਨੂੰ ਹਿਮਾਚਲ ਵਾਪਸ ਲੈਣਾ ਚਾਹੁੰਦੀ, ਕਿਉਂਕਿ ਉਹਦਾ ਜਿਹੜਾ ਇੱਕ ਸਮਾਂ ਹੈ ਉਹ ਖ਼ਤਮ ਹੋ ਰਿਹਾ, ਜਿਹੜਾ ਐਗਰੀਮੈਂਟ ਹੈ ਉਹਦਾ ਖ਼ਤਮ ਹੋ ਰਿਹਾ। ਤੋ ਇਹ ਸਾਰੇ ਮਾਮਲੇ ਨੇ ਜਿਹੜੇ ਅੱਜ ਅਸੀਂ ਆਪਣੀ ਇਸ ਗੱਲਬਾਤ ਦੇ ਵਿੱਚ ਵਿਚਾਰਨੇ ਨੇ। ਔਰ ਇਸ ਵਿਚਾਰ ਦੇ ਲਈ ਜਿਹੜੇ ਮੇਰੇ ਦੋਸਤ ਜੁੜੇ ਹੋਏ ਆ, ਆਓ ਮੈਂ ਪਹਿਲਾਂ ਤਾਰਫ ਕਰਾਉਣਾ। ਵਿਕਰਮਜੀਤ ਪਾਸੀ ਆਮ ਆਦਮੀ ਪਾਰਟੀ ਤੋਂ ਨੇ, ਔਰ ਜਸਵਿੰਦਰ ਸਿੰਘ ਸਿੱਖਾਵਾਲੀ ਜੀ ਕਾਂਗਰਸ ਤੋਂ ਨੇ, ਹੰਸਰਾਜ ਜੋਸਨ ਜੀ ਅਕਾਲੀ ਦਲ ਤੋਂ ਨੇ, ਔਰ ਅਸ਼ੋਕ ਸਰੇਨ ਜੀ ਭਾਰਤੀ ਜਨਤਾ ਪਾਰਟੀ ਤੋਂ ਨੇ। ਸਾਰਿਆਂ ਦਾ ਸਵਾਗਤ ਹੈ ਜੀ। ਪਾਸੀ ਜੀ, ਸਭ ਤੋਂ ਪਹਿਲਾ ਮਾਮਲਾ ਜਿਹੜਾ ਹੈ ਮੈਂ ਤੁਹਾਡੇ ਤੋਂ ਸ਼ੁਰੂ ਕਰਨਾ ਚਾਹੁੰਦਾ। ਤੁਸੀਂ ਬੜੇ ਦਿਨਾਂ ਬਾਅਦ ਆਏ ਹੋ। ਇਹ ਜਿਹੜਾ ਪਹਿਲਵਾਨਾਂ ਵਾਲਾ ਮਾਮਲਾ ਹੈ, ਪਹਿਲਵਾਨਾਂ ਨੇ ਇਹ ਐਲਾਨ ਕੀਤਾ ਕਿ ਉਹ ਗੰਗਾ ਦੇ ਵਿੱਚ ਆਪਣੇ ਮੈਡਲ ਬਹਾਉਣ ਜਾ ਰਹੇ ਆ, ਜਿਹੜੇ ਮੈਡਲ ਉਹਨਾਂ ਨੇ ਦੇਸ਼ ਦੇ ਲਈ ਜਿੱਤੇ ਸੀ। ਔਰ ਉਹ ਕਹਿੰਦੇ ਆ ਕਿ ਇਸ ਤੋਂ ਵੱਧ ਕੋਈ ਪਵਿੱਤਰ ਥਾਂ ਨਹੀਂ ਹੈ, ਕਿਉਂਕਿ ਦੇਸ਼ ਵਿੱਚ ਉਹ ਪਵਿੱਤਰਤਾ ਨਹੀਂ ਬਚੀ। ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਹੈ। ਬੇਸ਼ੱਕ ਆਮ ਆਦਮੀ ਪਾਰਟੀ ਦੇ ਕੋਲ ਕੋਈ ਪ੍ਰਸ਼ਾਸਨਿਕ ਸ਼ਕਤੀਆਂ ਉਸ ਤਰ੍ਹਾਂ ਦੀਆਂ ਨਹੀਂ ਹੈਗੀਆਂ,
ਪਰ ਕਮ ਸੇ ਕਮ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਨਾਲ ਜਾ ਕੇ ਬੈਠਣਾ ਤਾਂ ਚਾਹੀਦਾ ਸੀ ਨਾ। ਨਹੀਂ ਹੈ ਉਹਨਾਂ ਨੂੰ, ਐਸੀ ਗੱਲ ਨਹੀਂ, ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਉਹਨਾਂ ਦਾ ਸਮਰਥਨ ਵੀ ਕੀਤਾ ਹੈ। ਔਰ ਇਹ ਬਹੁਤ ਮੰਦਭਾਗੀ ਗੱਲ ਹੈ ਮਦਨਦੀਪ ਜੀ ਕਿ ਸਾਡੇ ਦੇਸ਼ ਦੇ ਪਹਿਲਵਾਨ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ, ਓਲੰਪਿਕਸ ਦੇ ਵਿੱਚ, ਰਾਸ਼ਟਰਮੰਡਲ ਖੇਡਾਂ ਦੇ ਵਿੱਚ, ਏਸ਼ੀਅਨ ਖੇਡਾਂ ਦੇ ਵਿੱਚ ਮੈਡਲਸ ਜਿੱਤੇ, ਅੱਜ ਉਹ ਇੰਨੇ ਕੁ ਮਜਬੂਰ ਹੋ ਗਏ ਕਿ ਉਹ ਆਪਣੇ ਮੈਡਲਸ ਗੰਗਾ ਦੇ ਵਿੱਚ ਬਹਾਉਣ ਜਾ ਰਹੇ ਹੈ। ਔਰ ਮੈਂ ਨਾ ਇੱਕ ਬੜੀ ਅਜੀਬ ਗੱਲ ਦੱਸਦਾ ਕਿ ਇੰਨੀ ਕੁ ਇਨਸੈਂਸਿਟਿਵ ਹੋ ਚੁੱਕੀ ਹੈ ਕੇਂਦਰ ਦੀ ਸਰਕਾਰ ਕਿ ਜਦੋਂ ਇਹ ਗੱਲ ਹਰਿਦੁਆਰ ਦੇ ਐਸਐਸਪੀ ਨੂੰ ਪੁੱਛੀ ਗਈ ਤਾਂ ਉਹ ਕਹਿੰਦਾ ਜੀ ਲੋਕ ਵੈਸੇ ਇੱਥੇ ਸੋਨਾ ਬਹਾਉਣ ਆ ਜਾਣਾ ਹੈ, ਬਹਾ ਦੇਣ ਦਿਓ। ਮਤਲਬ ਮਦਨਦੀਪ ਜੀ ਇਨਸੈਂਸਿਟਿਵਨੈਸ ਦੇਖੋ ਕਿ ਕਿੰਨੀ ਕੁ ਹੋ ਚੁੱਕੀ ਹੈ। ਔਰ ਤੀਸਰੀ ਚੀਜ਼ ਇਹ ਦੇਖੋ ਮਦਨਦੀਪ ਜੀ, ਜਦੋਂ ਓਲੰਪਿਕ ਦੇ ਵਿੱਚ ਸਾਡੇ ਦੇਸ਼ ਨੂੰ ਮੈਡਲ ਨਹੀਂ ਸੀ ਮਿਲਿਆ, ਸਾਨੂੰ ਸਿਰਫ ਸਿਲਵਰ ਮੈਡਲ ਤੇ ਸਬਰ ਕਰਨਾ ਪਿਆ ਸੀ, ਸਾਰਾ ਦੇਸ਼ ਮਾਯੂਸ ਸੀ। ਇਹਨਾਂ ਪਹਿਲਵਾਨਾਂ ਨੇ ਜਦੋਂ 골ਡ ਜਿੱਤੇ, ਸਾਡੇ ਖੁਸ਼ੀਆਂ ਇੰਨੀ ਸੀ, ਪੂਰਾ ਦੇਸ਼ ਖੁਸ਼ੀਆਂ ਮਨਾ ਰਿਹਾ ਸੀ ਕਿ ਹਿੰਦੁਸਤਾਨ 골ਡ ਲਿਆ ਰਿਹਾ ਬੜੇ ਸਾਲਾਂ ਬਾਅਦ। ਔਰ ਪੂਰੇ ਦੇਸ਼ ਨੂੰ ਇਹਨਾਂ ਨੇ ਇੰਨਾ ਮਾਣ ਦਾ ਸਮਾਂ ਦਿੱਤਾ ਸੀ, ਜਿਹਨੇ ਨਾ ਸਿਰਫ ਹਿੰਦੁਸਤਾਨ ਦੇ ਵਿੱਚ ਬੈਠੇ ਹਿੰਦੁਸਤਾਨੀਆਂ ਨੂੰ, ਜਿੱਥੇ ਵੀ ਹਿੰਦੁਸਤਾਨੀ ਬੈਠੇ ਸੀ। ਅਦਰਵਾਈਜ਼ ਤਾਂ ਅਸੀਂ ਪਿੱਛੇ ਤੋਂ ਝਾਤ ਮਾਰਦੇ ਹੁੰਦੇ ਸੀ, ਹਿੰਦੁਸਤਾਨ ਕਿੱਥੇ ਹੈ, ਇੰਡੀਆ ਕਿੱਥੇ ਹੈ। ਅੱਜ ਉਹਨਾਂ ਦੀ ਇਹ ਹਾਲਤ ਹੋਈ ਪਈ ਹੈ। ਔਰ ਤੁਸੀਂ ਦੇਖਿਆ ਹੋਣਾ 28 ਤਰੀਕ ਨੂੰ ਕਿੱਦਾਂ ਉਹਨਾਂ ਤੇ ਖਿੱਚ ਤੂ, ਲਾਠੀ ਚਾਰਜ, ਉਹ ਵੀਡੀਓਜ਼ ਦੇਖ ਕੇ ਰੌਂਗਟੇ ਖੜੇ ਹੁੰਦੇ ਆ। ਔਰ ਉਹਨਾਂ ਪ੍ਰਤੀ ਜਿਨ੍ਹਾਂ ਨੂੰ ਕਿ ਵੱਡੀਆਂ ਪੋਸਟਾਂ ਆਫਰ ਹੋਣੀਆਂ ਚਾਹੀਦੀਆਂ, ਡੀਐਸਪੀ, ਐਸਐਸਪੀ, ਇਸ ਲੈਵਲ ਦੀਆਂ ਪੋਸਟਾਂ ਆਫਰ ਹੋਣੀਆਂ ਚਾਹੀਦੀਆਂ, ਜੋ ਦੇਸ਼ ਦੇ ਲਈ, ਸਾਡੇ ਯੁਵਾਵਾਂ ਦੇ ਲਈ ਜੋ ਇੱਕ ਚਾਨਣ ਮੁਨਾਰਾ, ਜੋ ਇੱਕ ਐਗਜ਼ਾਮਪਲ ਬਣਾ ਕੇ ਦਿਖਾਣੇ ਚਾਹੀਦੇ ਆ। ਅੱਜ ਉਹ ਸੜਕਾਂ ਤੇ ਰੁਲ ਰਹੇ ਆ ਆਪਣੇ ਮੈਡਲ ਗੰਗਾ ਦੇ ਵਿੱਚ ਵਿਸਰਜਿਤ, ਗੰਗਾ 'ਚ ਵਿਸਰਜਿਤ ਕਰਨ ਦਾ ਕਦੋਂ ਕੀਤਾ ਜਾਂਦਾ ਗੰਗਾ ਦੇ ਵਿੱਚ ਵਿਸਰਜਨ? ਇਹ ਆਪਣੀ ਹਿੰਦੂ ਸੱਭਿਅਤਾ ਨੂੰ ਹੀ ਅਗਰ ਦੇਖ ਲੈਣ, ਆਪਣੇ ਹਿੰਦੁਸਤਾਨੀ ਸੱਭਿਅਤਾ ਨੂੰ ਦੇਖ ਲੈਣ, ਕੀਰਤਪੁਰ ਸਾਹਿਬ ਅਸੀਂ ਕਦੋਂ ਵਿਸਰਜਨ ਕਰਨ ਜਾਂਦੇ ਆ? ਜਦੋਂ ਅੰਤਿਮ ਹੋ ਜਾਂਦਾ ਹੈ, ਜਦੋਂ ਸੰਸਕਾਰ ਵੀ ਹੋ ਚੁੱਕਿਆ ਹੁੰਦਾ ਹੈ। ਔਰ ਇਹ ਕਿਆ ਦਰਸਾ ਰਿਹਾ ਹੈ? ਔਰ ਇਨਸੈਂਸਿਟਿਵਨੈਸ ਦੇਖੋ, ਦਿੱਲੀ ਦੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਲਈ ਕੁਝ ਨਹੀਂ ਕਰ ਸਕਦੀ, ਪੁਲਿਸ ਦੇ ਉੱਤੇ ਸੈਂਟਰ ਦਾ ਕੰਟਰੋਲ ਹੈ ਐਲਜੀ ਦੇ ਰਾਹੀਂ। ਅਸੀਂ ਤਾਂ ਬਿਲਕੁਲ ਉਹਨਾਂ ਦੇ ਨਾਲ ਮੋਰਲੀ ਵੀ ਖੜੇ ਆ, ਐਥੀਕਲੀ ਵੀ ਖੜੇ ਆ, ਲੀਗਲੀ ਵੀ ਉਹਨਾਂ ਦੇ ਨਾਲ ਖੜੇ ਆ। ਮੈਨੂੰ ਪਤਾ ਤੁਸੀਂ ਨਾ ਤਾਂ ਉਸ ਜਿਹੜਾ ਐਮਪੀ ਹੈ ਬ੍ਰਿਜ ਭੂਸ਼ਣ, ਨਾ ਤੁਸੀਂ ਉਹਨੂੰ ਕੋਈ ਸਜ਼ਾ ਦੇ ਸਕਦੇ ਹੋ, ਨਾ ਤੁਸੀਂ ਉੱਥੇ ਪੁਲਿਸ ਦੀ ਵਰਤੋਂ ਕਰ ਸਕਦੇ ਹੋ, ਨਾ ਤੁਸੀਂ ਪੁਲਿਸ ਨੂੰ ਰੋਕ ਸਕਦੇ ਹੋ, ਨਾ ਤੁਸੀਂ ਪੁਲਿਸ ਨੂੰ ਜਿਹੜਾ ਹੈਗਾ ਉਹਨਾਂ ਦੇ ਉੱਪਰ ਲਾ ਸਕਦੇ ਹੋ। ਲੇਕਿਨ ਉਹਨਾਂ ਦੇ ਨਾਲ ਜਾ ਕੇ ਤੁਹਾਡੀ ਸਰਕਾਰ ਬੈਠ ਤਾਂ ਸਕਦੀ ਸੀ। ਬਿਲਕੁਲ ਜਾਂਦੇ ਵੀ ਰਹੇ ਆ, ਸਾਡੇ ਲੀਡਰਸ ਜਾਂਦੇ ਵੀ ਰਹੇ ਆ ਮਦਨਦੀਪ ਜੀ। ਅੱਜ ਵੀ ਅਸੀਂ ਡਟ ਕੇ ਉਹਨਾਂ ਦੇ ਨਾਲ ਹੈ, ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਅਸੀਂ ਆਪ ਚਾਹੁੰਦੇ ਆ। ਹੁਣ ਤੁਸੀਂ ਇੱਕ ਚੀਜ਼ ਦੇਖੋ, ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਉੱਤੇ ਸੀਰੀਅਸ ਐਲੀਗੇਸ਼ਨਸ ਹੈ ਔਰ ਹੁਣ ਤੱਕ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੋ ਰਹੀ। ਠੀਕ ਹੈ। ਔਰ ਅੱਜ ਵੀ ਉਹ ਬੰਦਾ ਉਲਟਾ ਇਹਨਾਂ ਨੂੰ, ਪਹਿਲਵਾਨਾਂ ਦੇ ਖਿਲਾਫ ਇਸ ਹਿਸਾਬ ਦੀ ਨਿਮਨ ਦਰਜੇ ਦੀ ਬਿਆਨਬਾਜ਼ੀ ਕਰਦਾ ਹੈ ਕਿ ਕਈ ਵਾਰ ਮਹਿਸੂਸ ਹੁੰਦਾ ਹੈ ਸਰ ਵੀ ਇਹ ਹੋ ਕਿਆ ਰਿਹਾ ਮਦਨਦੀਪ ਜੀ? ਕਿਆ ਇਸ ਹਿਸਾਬ ਨਾਲ ਇਹ ਸਰਕਾਰ ਚਲਾਏਗੀ? ਕਿਆ ਇਸ ਹਿਸਾਬ ਨਾਲ ਪੁਸ਼ਟ ਬਣਾਈ? ਠੀਕ ਹੈ, ਮੈਂ ਦੁਬਾਰਾ ਤੁਹਾਡੇ ਕੋਲ ਆਊਂਗਾ। ਸਿੱਖਾਂ ਵਾਲੇ ਜੀ, ਪਹਿਲਾਂ ਅਸੀਂ ਇਸੇ ਮਾਮਲੇ ਤੇ ਗੱਲਬਾਤ ਕਰਨੀ ਚਾਹੁੰਦੇ ਹਾਂ ਕਿ ਜਿਹੜਾ ਇਹ ਮਾਮਲਾ ਹੈ, ਇਹ ਮਾਮਲਾ ਬਹੁਤ ਜ਼ਿਆਦਾ ਗੰਭੀਰ ਹੁੰਦਾ ਜਾ ਰਿਹਾ। ਜਦੋਂ ਪਹਿਲਵਾਨ ਇਹ ਜਿਹੜਾ ਐਲਾਨ ਕਰਦੇ ਨੇ ਗੰਗਾ ਦੇ ਵਿੱਚ ਬਹਾਉਣ ਦਾ, ਸਾਫ਼ ਮਤਲਬ ਇਹ ਹੈਗਾ ਆ ਕਿ ਇੱਕ ਤਰ੍ਹਾਂ ਨਾਲ ਅੰਤਮ ਰਸਮਾਂ ਕਰਨ ਜਾ ਰਹੇ ਨੇ ਪਹਿਲਵਾਨ, ਜਿਵੇਂ ਪਾਸੀ ਜੀ ਕਹਿ ਰਹੇ ਆ। ਤਾਂ ਇਹ ਦੇਸ਼ ਲਈ ਬਹੁਤ ਮੰਦਭਾਗੀ ਘਟਨਾ ਆ। ਇਸ ਤਰ੍ਹਾਂ ਦੀ ਘਟਨਾ ਦੇ ਬਾਰੇ ਜਿਹੜਾ ਹੈ ਕਾਂਗਰਸ ਦੇ, ਮੈਨੂੰ ਪਤਾ ਜੇ ਕਾਂਗਰਸ ਨਾਲ ਬੈਠੇਗੀ ਤਾਂ ਪਹਿਲਾਂ ਵੀ ਇਲਜ਼ਾਮ ਲੱਗ ਰਹੇ ਸੀ ਕਿ ਇਹਨਾਂ ਨੂੰ ਜੀ ਕਾਂਗਰਸ ਨੇ ਕੀਤਾ ਹੋਇਆ ਜਾਂ ਜੋ ਵੀ ਹੈ। ਲੇਕਿਨ ਇਹ ਮਾਮਲਾ ਬਹੁਤ ਸੀਰੀਅਸ ਹੈ, ਇਹਦੇ ਬਾਰੇ ਕੀ ਹੋਣਾ ਕੀ ਚਾਹੀਦਾ ਹੈ? ਦੇਖੋ ਜੀ ਮਨਨਦੀਪ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਪਹਿਲਵਾਨ ਆ ਜਾਂ ਸਪੋਰਟਸਮੈਨ ਆ ਜਿੰਨੇ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਲ, ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਇਹ ਦੇਸ਼ ਦੀ ਸ਼ਾਨ ਦਾ ਮਾਮਲਾ ਹੈ। ਅਸੀਂ ਜਿਹੜੀ ਲੜਾਈ ਲੜਨੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੁਸ਼ਤੀ ਸੰਘ ਦੇ ਪ੍ਰਧਾਨ ਹੈ ਬ੍ਰਿਜ ਭੂਸ਼ਣ, ਉਹਨਾਂ ਦੇ ਖਿਲਾਫ ਲੜਨੀ ਹੈ ਜਾਂ ਮੋਦੀ ਸਰਕਾਰ ਦੇ ਖਿਲਾਫ ਲੜਨੀ ਹੈ। ਪਰ ਜਿੱਥੇ ਦੇਸ਼ ਦੀ ਸ਼ਾਨ ਦਾ ਮਸਲਾ ਆਉਂਦਾ ਉੱਥੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਦੇਸ਼ ਦੇ ਨਾਲ ਖੜਨਾ ਚਾਹੀਦਾ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਤਰ੍ਹਾਂ ਦੀ ਗੱਲ ਮੈਂ ਬੇਨਤੀ ਕਰੂੰਗਾ ਕਿ ਉਹਨੂੰ ਰੋਕ ਦੇਣੀ ਚਾਹੀਦੀ ਹੈ। ਔਰ ਇੱਕ ਸਪੋਰਟਸਮੈਨ ਦੀ ਭਾਵਨਾ ਦਾ ਕੀ ਕਰਨੇ ਆ, ਜੇ ਉਹਨਾਂ ਦੇ ਮਾਣ ਸਤਿਕਾਰ ਦਾ ਮਾਮਲਾ ਜਦੋਂ ਆ ਜਾਏ, ਉਹਨਾਂ ਨੇ ਮੈਡਲ ਕੀ ਕਰਨੇ ਆ? ਸੰਘਰਸ਼ ਕਰਨ ਦੇ ਹੋਰ ਬੜੇ ਰਸਤੇ ਆ। ਸੰਘਰਸ਼ ਕਰਨ ਦੇ ਸਾਨੂੰ ਹੋਰ ਬੜੇ ਰਸਤੇ ਆ। ਅਸੀਂ ਲੰਬਾ ਸੰਘਰਸ਼ ਕਰ ਸਕਦੇ ਹਾਂ,
ਕਾਂਗਰਸ ਪਾਰਟੀ ਪਹਿਲਾਂ ਵੀ ਸਾਥ ਦਿੰਦੀ ਰਹੀ ਹੈ ਇਸ ਜਿਹੜੀ ਬੇਨਿਯਮੀਆਂ ਤੇ ਜਿਹੜੀ ਧੱਕੇਸ਼ਾਹੀ ਉਹਦੇ ਖਿਲਾਫ, ਹੁਣ ਵੀ ਅਸੀਂ ਸਾਥ ਦੇਵਾਂਗੇ। ਔਰ ਜਿਹੜੀ ਗੱਲ ਹੈ, ਅਸੀਂ ਇੱਕ ਲਫ਼ਜ਼ ਵਰਤਦੇ ਹਾਂ, ਸਪੋਰਟਸਮੈਨਸ਼ਿਪ ਦੀ ਭਾਵਨਾ। ਕੋਈ ਵੀ ਜਿਹੜਾ ਖਿਡਾਰੀ ਹੈ, ਚਾਹੇ ਉਹ ਕੁਸ਼ਤੀ ਵਾਲਾ ਹੈ, ਹਾਕੀ ਵਾਲਾ ਹੈ, ਜਾਂ ਕੋਈ ਰੇਸਾਂ ਵਾਲਾ ਹੈ, ਰੈਸਲਰ, ਉਹ ਕੀ ਕਰਦੇ ਆ, ਆਪਣੇ ਆਪ ਨੂੰ ਮਾਰ ਕੇ ਤੇ ਗੇਮ ਦੇ ਪ੍ਰਤੀ ਸਮਰਪਿਤ ਹੁੰਦੇ ਆ। ਗੇਮ ਤੋਂ ਬਾਅਦ ਜੇ ਸਟੇਟ ਲੈਵਲ ਤੇ ਖੇਡਦੇ ਆ ਤਾਂ ਸਟੇਟ ਪ੍ਰਤੀ ਸਮਰਪਿਤ ਹੁੰਦੇ ਆ, ਜੇ ਦੇਸ਼ ਲਈ ਖੇਡਦੇ ਆ ਤਾਂ ਦੇਸ਼ ਦੇ ਪ੍ਰਤੀ ਸਮਰਪਿਤ। ਜੇ ਲੜਕੀਆਂ ਦੋਸ਼ ਲਾ ਰਹੀਆਂ ਹੋਣ ਕਿ ਸਾਡਾ ਸਰੀਰਕ ਸ਼ੋਸ਼ਣ ਹੋਇਆ ਹੈ ਔਰ ਉਹਦੇ ਖਿਲਾਫ ਕਾਰਵਾਈ ਕੀਤੀ ਹੈ, ਤਾਂ ਉੱਥੇ ਤੁਹਾਡੀ ਭਾਵਨਾ ਕੀ ਕਰੇਗੀ? ਨਹੀਂ, ਮੈਂ ਜਿਹੜੀ ਗੱਲ ਕਰ ਰਿਹਾ ਨਾ ਜੀ, ਉਸ ਸਾਰੀ ਭਾਵਨਾ ਨੂੰ ਅਸੀਂ ਸਪੋਰਟਸਮੈਨਸ਼ਿਪ ਦੀ ਭਾਵਨਾ ਕਹਿੰਦੇ ਆ। ਜਿਹੜਾ ਵਿਅਕਤੀ ਆਪਣਾ ਆਪ ਖਤਮ ਕਰਕੇ, ਨਹੀਂ, ਇਹ ਬਾਹਰ ਦਾ ਮਾਮਲਾ ਹੈ, ਗਰਾਊਂਡ ਦਾ ਮਾਮਲਾ ਨਹੀਂ ਹੈਗਾ। ਜੇ ਬਾਹਰ ਕਿਸੇ ਇੱਕ ਲੜਕੀ ਦੇ ਨਾਲ ਜੇ ਕੋਈ ਜ਼ਿਆਦਤੀ ਹੁੰਦੀ ਹੈ ਬਾਹਰ, ਆਪਾਂ ਨੂੰ ਰਿਜ਼ਲਟ ਤੇ ਉਹਨੂੰ ਜੇਕਰ ਸਰਕਾਰ ਜਾਂ ਉਸ ਜਿਹਦੇ ਖਿਲਾਫ ਇਲਜ਼ਾਮ ਲਾ ਰਹੀ ਹੋਵੇ ਕਿ ਮੇਰੇ ਖਿਲਾਫ ਇਹਨੇ ਮੇਰੇ ਜਿਸਮਾਨੀ ਸ਼ੋਸ਼ਣ ਕੀਤਾ ਹੈ, ਮੈਨੂੰ ਇਸ ਤਰ੍ਹਾਂ ਨਾਲ ਇਹਨੇ ਤੰਗ ਕੀਤਾ ਆ, ਮੇਰੇ ਨਾਲ ਆਹ ਕੁਝ ਹੋਇਆ ਹੈ, ਉਸ ਦੇ ਖਿਲਾਫ ਜੇ ਪੁਲਿਸ ਪ੍ਰਸ਼ਾਸਨ ਸਰਕਾਰਾਂ ਕਾਰਵਾਈ ਨਾ ਕਰਨ ਤਾਂ ਉਹ ਖਿਲਾੜਨ ਜਿਹੜੀ ਔਰਤ ਹੈ ਉਹ ਕਰੇਗੀ ਕੀ? ਬੇਯਕੀਨੀ ਹੈ ਨਾ, ਫਿਰ ਬੇਯਕੀਨੀ ਹੈ ਨਾ। ਕਿਆ ਚੱਕੋ ਆਪਣੇ ਮੈਡਲ, ਮੈਂ ਕੀ ਕਰਨਾ ਹੈ ਇਸ ਦੇਸ਼ ਦੇ ਮੈਡਲਾਂ ਨੂੰ? ਜਿਹੜੇ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਸਾਡੇ ਦੇਸ਼ ਦੇ ਲਈ, ਜਿਹੜੇ ਸਾਡੇ ਦੇਸ਼ ਦੀ ਸ਼ਾਨ ਦੇ ਲਈ ਕੰਮ ਕਰਨ ਵਾਲੇ ਜਿਹੜੇ ਸਾਡੇ ਖਿਡਾਰੀ ਹੈ, ਉਹਨਾਂ ਵੱਲੋਂ ਜੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਉਹਨੂੰ ਸਰਕਾਰ ਜੇ ਗੰਭੀਰਤਾ ਨਾਲ ਨਾ ਲਵੇ ਤਾਂ ਉਹ ਦੇਸ਼ ਲਈ ਮਾੜੀ, ਦੇਸ਼ ਲਈ ਸ਼ਰਮਨਾਕ ਗੱਲ ਹੈ, ਪੂਰੇ ਦੇਸ਼ ਦੇ ਲਈ। ਇਹ ਮੈਂ ਤਾਂ ਇਹ ਸਮਝਦਾ ਹਾਂ ਕਿ ਮੋਦੀ ਸਾਹਿਬ, ਮੈਂ ਦੇਖ ਰਿਹਾ ਸੀ ਜਦੋਂ ਉਹ ਫੋਟੋ ਖਿਚਵਾ ਰਹੇ ਸੀ, ਮੋਦੀ ਸਾਹਿਬ ਕਹਿ ਰਹੇ ਸੀਗੇ ਇਹ ਤਾਂ ਸਾਡੇ ਆਪ ਦੇ ਬੰਦੇ ਆ ਜੀ, ਸਾਡੇ ਆਪ ਜਿਹੜੀਆਂ ਲੜਕੀਆਂ ਸਾਡੀਆਂ, ਇਹ ਤਾਂ ਕਹਿੰਦੇ ਸਾਡੇ ਜਾਣੇ ਪਹਿਚਾਣੇ ਆ। ਨਹੀਂ, ਜ਼ਖਮਾਂ ਤੇ ਲੂਣ ਤਾਂ ਉਦੋਂ ਛਿੜਕਿਆ ਗਿਆ ਜਦੋਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਦੇ ਵਿੱਚ ਬਕਾਇਦਾ ਤੌਰ ਤੇ ਉਹਦੀ ਸ਼ਮੂਲੀਅਤ ਹੋਈ। ਉਸ ਤੋਂ ਬਾਅਦ ਇਹ ਮਾਮਲਾ ਹੋਰ ਵਿਗੜ ਗਿਆ। ਜੋਸਨ ਸਾਹਿਬ, ਤੁਸੀਂ ਇਸ ਗੱਲ ਨੂੰ ਕਿਵੇਂ ਫੀਲ ਕਰਦੇ ਹੋ, ਕਿਵੇਂ ਮਹਿਸੂਸ ਕਰਦੇ ਹੋ? ਦੇਖੋ ਜੀ ਮਦਨਦੀਪ ਜੀ, ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦਾ ਨਾਮ ਉੱਚਾ ਕਰਨ ਦੇ ਵਾਸਤੇ ਆਪਣਾ ਸਾਰਾ ਜੀਵਨ ਤੇ ਆਪਣੀ ਜਵਾਨੀ ਲਾਤੀ, ਉਹਨਾਂ ਲੋਕਾਂ ਦਾ ਜਿਸ ਤਰੀਕੇ ਦੇ ਨਾਲ ਅਪਮਾਨ ਹੋ ਰਿਹਾ ਹੈ, ਇਹ ਨਾ ਸਹਿਣਯੋਗ ਹੈ। ਇਹ ਸਹੀ ਮਾਇਨੇ ਦੇ ਵਿੱਚ ਬੀਜੇਪੀ ਵਾਲਿਆਂ ਨੂੰ ਔਰ ਜਿਨ੍ਹਾਂ ਦੀ ਗਵਰਨਮੈਂਟ ਹੈ ਦਿੱਲੀ ਦੇ ਵਿੱਚ, ਉਹਨਾਂ ਨੂੰ ਸਮਝਣਾ ਚਾਹੀਦਾ, ਕਿਉਂਕਿ ਇਹ ਦੇਸ਼ ਦਾ ਜਿਹੜਾ ਪ੍ਰਾਈਡ ਹੈ, ਤੁਹਾਡੀ ਮੌਕੇ ਦੀ ਗਵਰਨਮੈਂਟ ਹੈ। ਤੁਸੀਂ ਇੱਕ ਆਪਣੇ ਮੈਂਬਰ ਪਾਰਲੀਮੈਂਟ ਨੂੰ ਖੁਸ਼ ਕਰਨ ਦੇ ਵਾਸਤੇ ਇਹਨਾਂ ਲੜਕੀਆਂ ਦੇ ਉਲਟ ਜੋ ਇਹ ਤੁਹਾਨੂੰ ਕਹਿੰਦੀਆਂ ਨੇ ਮੈਂਬਰ ਪਾਰਲੀਮੈਂਟ ਦੇ ਉਲਟ ਕੋਈ ਐਕਸ਼ਨ ਨਾ ਲਓ, ਇਸ ਤੋਂ ਵੱਡੀ ਕੋਈ ਮੰਦਭਾਗੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੇ ਵਿੱਚ ਗੱਲ ਨਹੀਂ ਹੋ ਸਕਦੀ। ਦੂਜੇ ਨੰਬਰ ਤੇ ਮੈਂ ਇਹ ਕਹਿਣਾ ਚਾਹਨਾ ਕਿ 28 ਤਰੀਕ ਨੂੰ ਜਦੋਂ ਪਾਰਲੀਮੈਂਟ ਦਾ ਇਨੈਗੂਰੇਸ਼ਨ ਹੋਣਾ ਸੀ, ਉਸ ਦਿਨ ਜਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨ ਬੇਟੀਆਂ ਨੂੰ ਉਹਨਾਂ ਦੀ ਬੇਇੱਜ਼ਤੀ ਕੀਤੀ, ਉਹਨਾਂ ਨੂੰ ਖਿੱਚਿਆ ਗਿਆ, ਧੋਆ ਗਿਆ, ਪੁਲਿਸ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮਦਦ, ਉਹਨਾਂ ਦੀ ਬੇਇੱਜ਼ਤੀ ਕੀਤੀ, ਉਹ ਹੋਰ ਨਿੰਦਣਯੋਗ ਹੈ। ਕਿਉਂਕਿ ਸਾਡਾ ਤਾਂ ਸਮਾਜ ਇਹੋ ਜਿਹਾ ਕਿ ਹਮੇਸ਼ਾ ਅਸੀਂ ਔਰਤ ਜਾਤ ਦੀ ਕਦਰ ਕੀਤੀ ਹੈ। ਤੇ ਮੋਦੀ ਸਾਹਿਬ ਤਾਂ ਹਿੰਦੂਤਾ ਦਾ ਨਾਅਰਾ ਹੀ ਲਾਉਂਦੇ ਨੇ ਕਿ ਔਰਤ ਸਭ ਤੋਂ ਜਿਹੜੀ ਜੰਨੀ ਹੈ, ਸਭ ਤੋਂ ਵੱਡੀ ਹੈ। ਤੇ ਜੇ ਜੰਨੀਆਂ ਜਿਹੜੀਆਂ ਦੇਸ਼ ਦੀਆਂ ਨੇ, ਜਿਨ੍ਹਾਂ ਦੇ ਵਿੱਚੋਂ, ਕਿਉਂਕਿ ਦੇਸ਼ ਦੀ ਆਉਣ ਵਾਲਾ ਸਮਾਂ ਭਵਿੱਖ ਜਿਹੜਾ ਤੈਅ ਕਰਦਾ, ਉਹਨਾਂ ਦੀ ਹਿੰਦੁਸਤਾਨ ਦੇ ਵਿੱਚ ਇਹ ਹਾਲਾਤ ਹੋ ਰਹੀ ਤੇ ਸਾਡੀ ਦੁਨੀਆ ਦੇ ਵਿੱਚ ਇਹਦੇ ਸ਼ੋਭਾ ਨਹੀਂ ਹੋ ਰਹੀ। ਦੁਨੀਆ ਸਾਰੀ ਇਹ ਸਾਡੀ ਇਸ ਦੀ ਨਿੰਦਾ ਕਰ ਰਹੀ ਹੈ। ਔਰ ਮੈਂ ਵੀ ਇਹ ਚਾਹੁੰਦਾ ਕਿ ਇਹਨਾਂ ਦੇ ਨਾਲ ਸਾਰਿਆਂ ਨੂੰ ਖੜਾ ਹੋਣਾ ਚਾਹੀਦਾ ਹੈ, ਕਿਉਂਕਿ ਇਹ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ। ਜਦੋਂ ਕਿਤੇ ਚਾਹੇ ਬਲੂ ਸਟਾਰ ਐਕਸ਼ਨ ਹੋਇਆ, ਉਸ ਵੇਲੇ ਵੀ ਪਦਮ ਭੂਸ਼ਣ ਜਿੰਨੇ ਉਸ ਵੇਲੇ, ਕਿਉਂਕਿ ਪੰਜਾਬ ਨੂੰ ਜਿਹੜੇ ਪਿਆਰ ਕਰਨ ਵਾਲੇ ਲੋਕ ਸਨ, ਜੋ ਹਰਮੰਦਰ ਸਾਹਿਬ ਦੇ ਜਦੋਂ ਜਿਸ ਵੇਲੇ ਹਮਲਾ ਹੋਇਆ, ਉਸ ਵੇਲੇ ਉਹਨਾਂ ਨੇ ਭਾਰਤ ਸਰਕਾਰ ਨੂੰ ਵਾਪਸ ਕੀਤੇ ਸੀ, ਕਿਉਂਕਿ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ। ਚਾਹੇ ਉਹਨਾਂ ਦੇ ਗੰਗਾ ਦੇ ਵਿੱਚ ਜਾ ਕੇ ਵਹਾਏ ਨੇ, ਚਾਹੇ ਉਹਨਾਂ ਨੇ ਕੁਝ ਕੀਤਾ। ਜੇ ਭਾਰਤ ਨੂੰ ਆਪਣੇ ਜਿਹੜੇ ਐਡੇ ਮੈਡਲ ਮਿਲੇ ਨੇ, ਜਿਹਦੇ ਚ ਭਾਰਤ ਦਾ ਨਾਂ ਵੱਡਾ ਹੋਇਆ ਦੁਨੀਆ ਦੇ ਵਿੱਚ, ਤੇ ਇਹਨਾਂ ਦੀ ਡਿਊਟੀ ਬਣਦੀ ਸੀ ਕਿ ਜਾ ਕੇ ਉਹਨਾਂ ਨੂੰ ਮਨਾ ਕੇ ਉਹਨਾਂ ਦੇ ਨਾਲ 2-4 ਮੀਟਿੰਗ ਕਰਦੇ, ਇਹਦਾ ਕੋਈ ਨਾ ਕੋਈ ਹੱਲ ਕੱਢਦੇ, ਉਹਨਾਂ ਬੱਚਿਆਂ ਨੂੰ ਔਰ ਉਹਨਾਂ ਜਵਾਨਾਂ ਨੂੰ ਜਿਹੜਾ ਇਹਨਾਂ ਨੂੰ ਸੈਟੀਸਫਾਈ ਕਰਨਾ ਕਿ ਜਿਹੜਾ ਇਹ ਆਪਣੀ ਡਿਊਟੀ ਨਹੀਂ ਕਰ ਸਕਦੇ। ਬਿਲਕੁਲ। ਔਰ ਮੈਂ ਵੀ ਵਿਸ਼ੇਸ਼ ਤੌਰ ਤੇ, ਕਿਉਂਕਿ ਇਹ ਚਾਹਨਾ ਕਿ ਇਹਨਾਂ ਦੇ ਨਾਲ ਸਾਰੇ ਸਮਾਜਾਂ ਨੂੰ ਖੜਾ ਹੋਣਾ ਚਾਹੀਦਾ, ਸਾਰੇ ਹਿੰਦੁਸਤਾਨ ਨੂੰ ਖੜਾ ਹੋਣਾ ਚਾਹੀਦਾ। ਔਰ ਮਦਨਦੀਪ ਜੀ, ਟਾਈਮ ਇਹ ਆ ਰਿਹਾ ਹੈ, ਆ ਦੇਖਿਆ ਜੇ ਤੁਸੀਂ, ਇਹ ਬੜੀ ਵੱਡੀ ਮੂਵਮੈਂਟ ਬਣ ਜਾਣੀ। ਅੱਜ ਜਿਸ ਤਰ੍ਹਾਂ ਉਸ ਵੇਲੇ ਆਪਣੀ ਇੱਕ ਬੜੀ ਵੱਡੀ ਐਜੀਟੇਸ਼ਨ ਚੱਲਿਆ ਸੀ ਜਦੋਂ ਅੰਨਾ ਹਜ਼ਾਰੇ ਜੀ ਦਾ ਅੰਦੋਲਨ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਿਉਂਕਿ ਦੇਖੋ ਸਾਫ਼ ਹੈ ਕਿ ਹਰਿਆਣੇ ਦੇ ਵਿੱਚੋਂ, ਹਰਿਆਣੇ 'ਚ ਬੀਜੇਪੀ ਦੀ ਸਰਕਾਰ ਆ,
ਹਰਿਆਣਾ ਦੇ ਵਿੱਚੋਂ ਵੱਡੀ ਤਾਦਾਦ 'ਚ ਔਰਤਾਂ ਔਰ ਪੰਜਾਬ 'ਚੋਂ ਵੀ, ਚੰਡੀਗੜ੍ਹ 'ਚੋਂ ਵੀ, ਯੂਪੀ 'ਚੋਂ ਵੀ ਲੋਕ ਜਿਹੜੇ ਹੈਗੇ ਆ ਇਹਦੇ, ਕਿਉਂਕਿ ਲੜਕੀਆਂ ਦਾ ਮਾਮਲਾ, ਉਹਨਾਂ ਲੜਕੀਆਂ ਦਾ ਮਾਮਲਾ ਜਿਹੜੀਆਂ ਲੜਕੀਆਂ ਨੇ ਦੇਸ਼ ਨੂੰ ਮਾਣ ਦਿੱਤਾ ਆ, ਜਿਹੜੀਆਂ ਲੜਕੀਆਂ ਨੇ ਦੇਸ਼ ਦੇ ਲਈ ਤਗਮੇ ਜਿੱਤੇ ਆ, ਔਰ ਉਹਨਾਂ ਲਈ ਇਸ ਤਰ੍ਹਾਂ ਦੇ ਸਰਕਾਰ ਬਿਲਕੁਲ ਖਾਮੋਸ਼ ਰਵੇ। ਉਹਨੂੰ ਉਹ ਜੇ ਨਿਆਂ ਮੰਗਦੀਆਂ ਹੈ, ਕਮ ਸੇ ਕਮ ਇੰਨੇ ਦਿਨ ਹੋ ਗਏ, ਸਰਕਾਰ ਜਾਂਚ ਕਰ ਸਕਦੀ ਸੀ। ਔਰ ਅਦਾਲਤੀ ਦਖਲ ਤੋਂ ਬਾਅਦ FIR ਹੋ ਗਈ, ਲੇਕਿਨ ਕਾਰਵਾਈ ਨਹੀਂ ਹੋਈ, ਅਰੈਸਟ ਨਹੀਂ ਹੋਇਆ। ਇਹ ਅਸ਼ੋਕ ਸਰੇਨ ਜੀ, ਕਿਉਂ ਸਰਕਾਰ ਚੁੱਪ ਕਰਕੇ ਤਮਾਸ਼ਾ ਦੇਖ ਰਹੀ ਹੈ? ਕੀ ਮਜਬੂਰੀ ਹੈ ਸਰਕਾਰ ਦੀ? ਅਸ਼ੋਕ ਸਰੇਨ ਜੀ, ਆਵਾਜ਼ ਆਉਂਦੀ ਤੁਹਾਨੂੰ? ਤੁਸੀਂ ਆਪਣਾ ਮਾਈਕ ਬੰਦ ਕੀਤਾ ਹੋਇਆ, ਖੋਲੋ ਪਹਿਲਾਂ, ਆਵਾਜ਼ ਖੋਲੋ ਸਰੇਨ ਜੀ, ਆਵਾਜ਼ ਖੋਲੋ। ਤੋ ਇਹ ਜਿਹੜਾ ਇਹ ਮਾਮਲਾ ਬਹੁਤ ਵੱਡਾ ਮਾਮਲਾ ਹੋ ਜਾਣਾ। ਜੋਸਨ ਸਾਹਿਬ, ਤੁਸੀਂ ਸਹੀ ਕਹਿ ਰਹੇ ਹੋ ਜੀ। ਸਰੇਨ ਸਾਹਿਬ ਆ ਰਹੀ ਹੈ ਆਵਾਜ਼ ਜੀ? ਹਾਂ ਹਾਂ, ਬੋਲੋ। ਮੈਂ ਕਿਹਾ ਇਸ ਦੇ ਉੱਤੇ ਸਰਕਾਰ ਜਿਹੜਾ ਹੈ ਗੰਭੀਰ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਸਰਕਾਰ ਗੰਭੀਰਤਾ ਦੇ ਨਾਲ ਨਹੀਂ ਹੈ, ਕਿਉਂਕਿ ਸਰਕਾਰ ਤਾਂ ਪਹਿਲਾਂ ਹੀ ਖਿਡਾਰੀਆਂ ਦੇ ਨਾਲ ਹੈ। ਖੇਲੋ ਭਾਰਤ ਦੇ ਨਾਮ ਦੇ ਉੱਤੇ ਵੱਖ-ਵੱਖ ਕੰਮਾਂ ਦੇ ਉੱਤੇ ਸਰਕਾਰ ਜਿਹੜਾ ਹੈ ਆਪਣਾ ਕੰਮ ਕਰ ਰਹੀ ਹੈ, ਸਟੇਡੀਅਮਸ ਬਣਾ ਰਹੀ ਹੈ। ਔਰ ਜਿਹੜੀ ਇਹ ਘਟਨਾ ਹੋਈ ਹੈ, ਦੁਖਦ ਘਟਨਾ, ਔਰ ਸਰਕਾਰ ਨੇ ਤੇ FIR ਕੀਤੀ ਹੈ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਹੁਣ ਦੇਖੋ ਕਿ ਟਾਈਮ ਬਾਉਂਡ ਕਰਕੇ ਜੇ ਆਪਾਂ ਕਹੀਏ ਕਿ ਕੋਈ ਵੀ ਦੋਸ਼ੀ ਜਿਹੜਾ ਹੈ, ਦੇਖੋ ਜਾਂ ਤਾਂ ਕੋਈ ਦੋਸ਼ੀ ਕਿਸੇ ਵੀ ਪ੍ਰਕਾਰ ਨਾਲ ਕਿਸੇ ਵੀ ਦੋਸ਼ੀ ਨੂੰ ਜਿਹੜਾ ਦੋਸ਼ੀ ਹੋਏਗਾ ਉਹਨੂੰ ਸਜ਼ਾ ਮਿਲੇਗੀ। ਕਿਸੇ ਨੂੰ ਬਚਾਉਣ ਦਾ ਪ੍ਰਯਾਸ ਨਾ ਸਰਕਾਰ ਕਰ ਰਹੀ ਹੈ, ਨਾ ਸਰਕਾਰ ਦੋਸ਼ੀ ਤਾਂ ਜਾ ਕੇ ਪ੍ਰਧਾਨ ਮੰਤਰੀ ਨਾਲ ਤਸਵੀਰਾਂ ਖਿਚਾਉਂਦਾ ਫਿਰਦਾ। ਇਹ ਕਿ ਇੰਨੇ ਦਿਨਾਂ ਦਾ ਕੰਮ ਥੋੜੋ ਹੈ। ਇਨਵੈਸਟੀਗੇਸ਼ਨ ਕੁਝ ਘੰਟਿਆਂ ਜਿਹੜੀ ਇਨਵੈਸਟੀਗੇਸ਼ਨ ਕੁਝ ਘੰਟਿਆਂ 'ਚ ਜਾਂ ਕੁਝ ਦਿਨਾਂ 'ਚ ਹੋਣੀ ਚਾਹੀਦੀ ਹੈ, ਉਹਦੇ ਲਈ ਐਡਾ ਵੱਡਾ ਸੰਘਰਸ਼, ਇੰਨੇ ਦਿਨ, ਔਰ ਉੱਤੋਂ ਹੋਰ ਤਸ਼ੱਦਦ ਉਹਨਾਂ ਤੇ। ਦੇਖੋ ਤਸ਼ੱਦਦ ਦੀ ਗੱਲ ਨਹੀਂ ਹੈ ਕਿ ਜਦੋਂ ਕਾਨੂੰਨ ਲਾਅ ਐਂਡ ਆਰਡਰ ਮੇਨਟੇਨ ਰੱਖਣਾ, ਸੰਘਰਸ਼ ਕਰਨਾ, ਪ੍ਰੋਟੈਸਟ ਕਰਨਾ ਸਭ ਦਾ ਅਧਿਕਾਰ ਹੈ ਜੀ। ਤੁਹਾਡੀ ਸਰਕਾਰ ਨੂੰ ਉਹਨਾਂ ਲੋਕਾਂ ਤੋਂ ਵੀ ਖਤਰਾ ਪੈਦਾ ਹੋ ਗਿਆ ਜਿਨ੍ਹਾਂ ਨੇ ਸਰਕਾਰ ਦਾ ਮਾਣ ਵਧਾਇਆ ਆ ਦੁਨੀਆ 'ਚ, ਉਹਨਾਂ ਤੋਂ ਵੀ ਖਤਰਾ ਪੈ ਗਿਆ। ਇਹ ਜੀ ਨਾ ਸਰਕਾਰ ਨੂੰ ਉਹਨਾਂ ਤੋਂ ਖਤਰਾ, ਨਾ ਉਹਨਾਂ ਨੂੰ ਸਰਕਾਰ ਤੋਂ ਖਤਰਾ ਹੈ। ਇਹ ਜੀ ਕੋਈ ਗੱਲ ਸਰਕਾਰ ਤੋਂ ਅਸ਼ੋਕ ਜੀ ਬੜੇ ਅਫਸੋਸ ਨਾਲ ਗੱਲ ਕਹਿਣੀ ਪੈ ਰਹੀ ਹੈ। ਤੁਸੀਂ ਕਹਿੰਦੇ ਆ ਸਰਕਾਰ ਤੋਂ ਉਹਨਾਂ ਨੂੰ ਨਹੀਂ ਖਤਰਾ। ਇੱਕ ਮੰਤਰੀ ਜਿਹਦੇ ਉੱਤੇ ਲੜਕੀਆਂ ਇਹ ਦੋਸ਼ ਲਾ ਰਹੀਆਂ ਕਿ ਉਹਨਾਂ ਦੇ ਨੇ ਸਰੀਰਕ ਸ਼ੋਸ਼ਣ ਕੀਤਾ ਆ, ਉਹ ਸਰਕਾਰ ਦਾ ਹਿੱਸਾ ਹੈ, ਤੇ ਖਤਰਾ ਕਿਉਂ ਨਹੀਂ ਹੈ ਫਿਰ? ਨਹੀਂ, ਸਰਕਾਰ ਦਾ ਹਿੱਸਾ, ਜਾਂਚ ਤੁਹਾਡੇ ਸਾਹਮਣੇ ਆ ਜਾਣਾ ਜੀ ਸਭ ਕੁਝ। ਔਰ ਇਹ ਨਹੀਂ ਹੈ ਕਿ ਮੈਂ ਕੋਈ ਵੱਡਾ ਬੰਦਾ ਹੈ ਜਾਂ ਛੋਟਾ ਬੰਦਾ ਹੈ, ਕਿਸੇ ਦੇ ਉੱਤੇ ਜਿਹੜੇ ਵੀ ਐਵੀਡੈਂਸ ਹੋਣਗੇ ਉਹ ਸਾਹਮਣੇ ਆਣੇ, ਸਬੂਤ ਮਿਟਣੇ ਨਹੀਂ। ਸਰੇਨ ਸਾਹਿਬ, ਜਦੋਂ ਅੱਜ ਲੜਕੀਆਂ ਮੈਡਲ ਆਪਣੇ ਜਾ ਕੇ ਤਰਾ ਆਉਣਗੀਆਂ ਗੰਗਾ ਦੇ ਵਿੱਚ, ਉਹਨਾਂ ਦੀ ਅੰਤਮ ਅਰਦਾਸ ਕਰ ਦੇਣਗੀਆਂ, ਤਾਂ ਪੂਰੀ ਦੁਨੀਆ ਦੇ ਵਿੱਚ ਕੀ ਸੁਨੇਹਾ ਜਾਏਗਾ? ਇੱਥੋਂ ਤੱਕ ਇਹ ਗੱਲ ਪਹੁੰਚੀ ਕਿਉਂ? ਦੇਖੋ ਇਹ ਜਿਹੜਾ ਮੈਡਲਸ ਜਾਣੇ, ਇਹ ਨਹੀਂ ਜਾਣੇ ਚਾਹੀਦੇ, ਔਰ ਮੈਨੂੰ ਲੱਗਦਾ ਹੈ ਕਿ ਨਹੀਂ ਜਾਣਗੇ। ਇਹਦੇ ਲਈ ਜ਼ਿੰਮੇਵਾਰ ਜਾਂ ਤਾਂ ਗ੍ਰਹਿ ਮੰਤਰੀ ਸਾਹਿਬ ਨੇ ਤੇ ਜਾਂ ਫਿਰ ਪ੍ਰਧਾਨ ਮੰਤਰੀ ਜੀ ਨੇ। ਗ੍ਰਹਿ ਮੰਤਰੀ ਸਾਹਿਬ ਦਾ ਸਟੇਟ ਦਾ ਵਿਸ਼ਾ ਹੈ, ਗ੍ਰਹਿ ਮੰਤਰੀ ਸਾਹਿਬ ਦਾ ਤਾਂ ਵਿਸ਼ਾ ਨਹੀਂ ਹੈ। ਕਿਉਂ ਨਹੀਂ ਹੈ? ਗ੍ਰਹਿ ਮੰਤਰੀ ਸਾਹਿਬ ਕੋਲੇ ਪੁਲਿਸ ਜਿਹੜੀ ਹੈ ਉਹਦੀ ਮਲਕੀਅਤ ਗ੍ਰਹਿ ਮੰਤਰੀ ਸਾਹਿਬ ਕੋਲੇ ਹੈ, ਇੰਚਾਰਜ ਗ੍ਰਹਿ ਮੰਤਰੀ ਸਾਹਿਬ ਨੇ। ਔਰ ਜਾਂਚ ਕਿੰਨੇ ਕਰਨੀ ਹੈ? ਮੈਂ ਦੇਖੋ ਜਾਂਚ ਉੱਤੇ ਪੌਕਸੋ ਐਕਟ ਦਾ ਪਰਚਾ ਦਰਜ ਹੋ ਗਿਆ, ਇਹਨਾਂ ਤੇ ਪਰਚੇ ਦਰਜ ਚੱਲ ਰਹੇ ਆ। ਉਹ ਫਿਰ ਵੀ ਪ੍ਰਧਾਨ ਮੰਤਰੀ ਸਾਹਿਬ ਨਾਲ ਬੈਠ ਕੇ ਫੋਟੋਆਂ ਖਿਚਾ ਰਹੇ ਆ। ਦੇਖੋ ਮਦਨ ਜੀ, ਇਸ ਤਰ੍ਹਾਂ ਨਹੀਂ ਹੈ ਕਿ ਆਰੋਪ ਲਾਉਣ ਦੇ ਨਾਲ ਆਰੋਪ ਕਈ ਵਾਰ ਕਈਆਂ ਤੇ ਲੱਗੇ ਆ, ਔਰ ਕਿਸੇ ਵੀ ਪ੍ਰਕਾਰ ਨਾਲ ਦੋਸ਼ੀ ਸਾਡੀ ਸਰਕਾਰ 'ਚ ਬਚੇਗਾ ਨਹੀਂ, ਕਿਹੜਾ ਵੀ ਹੋਵੇ। ਖੈਰ ਇਹ ਮਾਮਲੇ, ਇਹ ਕਹਿਣ ਦੀਆਂ ਗੱਲਾਂ ਆ। ਜੇ ਤੁਹਾਡੀ ਸਰਕਾਰ ਇਮਾਨਦਾਰ ਹੁੰਦੀ ਤਾਂ ਇਹਦੀ ਜਾਂਚ ਲਈ ਇੰਨੇ ਦਿਨ ਨਹੀਂ ਲੱਗਦੇ ਹੁੰਦੇ। ਇਦਾਂ ਦੇ ਇੱਕ ਦੋ ਚਾਰ ਮਾਮਲੇ ਲਈ ਇੱਕ ਬੰਦੇ ਦੇ ਉੱਤੇ ਇਲਜ਼ਾਮ ਆ, ਇੱਕ ਬੰਦੇ ਦੇ ਖਿਲਾਫ ਜਾਂਚ ਕਰਨੀ। ਇਹ ਉੱਥੇ ਇੰਨੀ ਜਨਤਾ ਬੈਠੀ ਹੈ, ਇੰਨੀਆਂ ਲੜਕੀਆਂ ਦੋਸ਼ ਲਾ ਰਹੀਆਂ, ਇਕੱਲੀ ਇੱਕ ਲੜਕੀ ਨਹੀਂ ਲਾ ਰਹੀ। ਇੱਥੇ ਤਾਂ ਇਹ ਆ ਕਿ ਬਾਕੀ ਤਾਂ ਜੇ ਕੋਈ ਸਧਾਰਨ ਬੰਦੇ ਦੇ ਖਿਲਾਫ ਕੋਈ ਔਰਤ ਦੋਸ਼ ਲਾ ਦਿੰਦੀ ਹੈ ਤਾਂ ਪੁਲਿਸ ਜਾ ਕੇ ਪਹਿਲਾਂ ਅਰੈਸਟ ਕਰਦੀ ਹੈ, ਬਾਅਦ 'ਚ ਪੁੱਛਗਿੱਛ ਕਰਦੀ ਹੈ। ਲੇਕਿਨ ਇੱਥੇ ਤਾਂ ਜਿਹੜੀਆਂ ਉਹ ਖਿਡਾਰਨਾਂ, ਜਿਹੜੀਆਂ ਕੌਮਾਂਤਰੀ ਪੱਧਰ ਦੀਆਂ, ਜਿਨ੍ਹਾਂ ਨੇ ਨਾਮਣਾ ਕੱਟਿਆ ਹੋਇਆ ਹੈ, ਉਹ ਦੋਸ਼ ਲਾ ਰਹੀਆਂ, ਔਰ ਜਿਹਦੇ ਤੇ ਦੋਸ਼ ਲੱਗ ਰਹੇ ਆ ਉਹ ਪ੍ਰਧਾਨ ਮੰਤਰੀ ਸਾਹਿਬ ਨਾਲ ਬੈਠ ਕੇ ਫੋਟੋਆਂ ਖਿਚਾ ਰਹੇ ਆ। ਉਹ ਸਰਕਾਰ ਦਾ ਹਿੱਸਾ ਆ। ਔਰ ਹੈਰਾਨੀ ਦੀ ਗੱਲ ਆ ਕਿ ਉੱਪਰੋਂ ਉਹਨੂੰ ਬਚਾਉਣ ਦਾ ਹਰ ਹੀਲਾ ਵਰਤਿਆ ਜਾ ਰਿਹਾ, ਸਿਰਫ ਇਸ ਕਰਕੇ
ਕਿ ਇੱਕ ਦੋ ਜਿਹੜੇ ਖੇਤਰ ਨੇ ਅੱਗੇ ਜਾ ਕੇ ਵਿਧਾਨ ਸਭਾ ਦੇ ਚੋਣਾਂ ਆਉਣੀਆਂ ਉਹਨਾਂ ਦੇ ਵਿੱਚ ਉਹ ਪ੍ਰਭਾਵ ਰੱਖਦਾ ਆ ਵੀ ਕਿਤੇ ਸਾਡੀ ਇੱਕ ਦੋ ਸੀਟਾਂ ਲੂਜ਼ ਨਾ ਹੋ ਜਾਣ ਉਹਦੇ ਪਿੱਛੇ, ਸਿਰਫ ਇਸ ਕਰਕੇ। ਇਸ ਤਰ੍ਹਾਂ ਦਾ ਕੋਈ ਕਿਸੇ ਮੰਤਰੀ ਨੇ ਇਸ ਦੇ ਮਾਮਲੇ ਦੇ ਵਿੱਚ ਕੋਈ ਪ੍ਰਕਾਰ ਦਾ ਬਿਆਨ ਨਹੀਂ ਦਿੱਤਾ, ਕੋਈ ਬੀਜੇਪੀ ਦੇ ਲੀਡਰ ਨੇ ਜਾਂ ਕਿਸੇ ਨੇ ਵੀ ਉਹਦਾ ਸਮਰਥਨ ਨਹੀਂ ਕੀਤਾ। ਤੇ ਹੋਰ ਕਿਹਨੇ ਕੀਤਾ ਹੈ? ਹਾਂ, ਨਹੀਂ ਬਚਾ ਕੌਣ ਰਿਹਾ ਉਹਨੂੰ? ਫਿਰ ਬਚਾ ਕੌਣ ਰਿਹਾ ਹੈ? ਉਹਦੇ ਪਿੱਛੇ ਸ਼ਕਤੀ ਕਿਹੜੀ ਹੈ? ਐਡੀ ਵੱਡੀ ਸ਼ਕਤੀ ਕਿਵੇਂ ਬਣ ਗਿਆ? ਕਰ ਰਹੀ ਹੈ ਮਦਨਦੀਪ ਜੀ। ਹਾਂ ਮਦਨਦੀਪ ਜੀ, ਪੁਲਿਸ ਨੇ ਮੇਰੇ ਆਰੋਪਾਂ ਦੇ ਨਾਲ ਮੈਂ ਤੁਹਾਡੇ ਖਿਲਾਫ ਕੋਈ ਆਰੋਪ ਲਗਾ ਦਿੰਦਾ, ਉਹਦੀ ਜਾਂਚ ਤਾਂ ਕਰਨੀ ਹੈ ਨਾ ਜੀ। ਨਾ ਨਾਲ ਦੇ ਨਾਲ ਚੱਕ ਕੇ ਲੈ ਜਾਣਗੇ ਮੈਨੂੰ, ਤੁਸੀਂ ਲਾ ਕੇ ਦੇਖ ਲਓ। ਨਹੀਂ ਅਸ਼ੋਕ ਸਰੀਨ ਬੀਜੇਪੀ ਦਾ ਲੀਡਰ ਹੈ ਅਸ਼ੋਕ ਸਰੀਨ, ਔਰ ਬੀਜੇਪੀ ਦੀ ਕੇਂਦਰ 'ਚ ਸਰਕਾਰ ਆ, ਨਾਲ ਦੇ ਨਾਲ ਚੱਕ ਕੇ ਲੈ ਜਾਣਗੇ। ਇਸ ਤਰ੍ਹਾਂ ਨਹੀਂ ਹੈ। ਇਸ ਤਰ੍ਹਾਂ ਤਾਂ ਕਈ ਜਿਹੜੇ ਪ੍ਰਧਾਨ ਮੰਤਰੀ ਜੀ ਦੇ ਬਾਰੇ ਮਾੜੀ ਚੰਗੀ ਸ਼ਬਦਾਵਲੀ ਦੀ ਵਰਤੋਂ ਕਰਦੇ ਬਹੁਤ ਰੋਜ਼ ਅੰਦਰ ਹੁੰਦੇ ਆ, ਬਹੁਤ ਅੰਦਰ ਹੋ ਰਿਹਾ। ਸਾਡੇ ਕੋਲ ਤਾਂ ਬੜੀਆਂ ਰਿਪੋਰਟਾਂ ਆਉਂਦੀਆਂ ਕਿ ਕਿਸੇ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਟਿੱਪਣੀ ਕੀਤੀ, ਚੱਕ ਕੇ ਪੁਲਿਸ ਨੂੰ ਅੰਦਰ ਕਰਤਾ, ਉਹਨੂੰ ਵੱਡੇ ਬੰਦਿਆਂ ਨੂੰ ਕਰਤਾ। ਤੁਸੀਂ ਆਮ ਬੰਦੇ ਦੀ ਗੱਲ ਕਰਦੇ ਆ, ਕਾਂਗਰਸ ਦੇ ਲੀਡਰ ਦੀ ਤੁਹਾਨੂੰ ਕਹਾਣੀ ਦਾ ਪਤਾ ਨਹੀਂ, ਜਿਹਨੇ ਪ੍ਰਧਾਨ ਮੰਤਰੀ ਦੇ ਖਿਲਾਫ ਟਿੱਪਣੀ ਕੀਤੀ ਸੀ, ਜਾ ਕੇ ਅਸਾਮ ਅਰੈਸਟ ਕਰ ਲਿਆ ਉਹਨੂੰ। ਪ੍ਰੋਸੀਡਿੰਗਾਂ ਚੱਲੀਆਂ ਜਿਨ੍ਹਾਂ ਉੱਤੇ ਕਾਰਵਾਈਆਂ ਹੋਈਆਂ, ਕੋਰਟ 'ਚ ਸਜ਼ਾ ਹੋਈ ਤੇ ਖਤਮ ਹੋਈਆਂ। ਇੱਕ ਦਿਨ ਉਹਨੇ ਟਿੱਪਣੀ ਕੀਤੀ, ਦੂਜੇ ਦਿਨ ਅੰਦਰ। ਖੈਰ ਇਹ ਮਾਮਲਾ ਵੱਖਰਾ ਆ। ਦੇਖੋ ਗੱਲ ਇਹ ਹੈਗੀ ਹੈ ਕਿ ਇਹ ਬਹੁਤ ਦੇਸ਼ ਦੇ ਲਈ ਸ਼ਰਮਨਾਕ ਘਟਨਾ ਆ, ਔਰ ਇਹਦੀ ਸਾਰਿਆਂ ਨੂੰ ਨਿੰਦਿਆ ਕਰਨੀ ਚਾਹੀਦੀ ਹੈ। ਅਸ਼ੋਕ ਸਰੀਨ ਨੂੰ ਵੀ ਕਰਨੀ ਚਾਹੀਦੀ ਹੈ। ਅਸ਼ੋਕ ਸਰੀਨ ਨੂੰ ਆਪਣੀ ਸਰਕਾਰ ਦੇ ਉੱਤੇ ਸਵਾਲ ਵੀ ਕਰਨੇ ਚਾਹੀਦੇ ਆ, ਕਿਉਂਕਿ ਤੁਸੀਂ ਰਾਜਨੀਤੀ ਦੇ ਨਾਲ ਇਨਸਾਨੀਅਤ ਦਾ ਇੱਕ ਫਰਜ਼ ਜਿਹੜਾ ਹੈ ਉਹ ਵੀ ਨਿਭਾਉਣਾ ਆ। ਇਸ ਕਰਕੇ ਮੈਂ ਗੱਲ ਕਹਿ ਰਿਹਾ ਹਾਂ, ਇਹ ਬਹੁਤ ਮੰਦਭਾਗੀ ਘਟਨਾ ਆ, ਬਹੁਤ ਮਾੜੀ ਘਟਨਾ ਆ। ਜੇ ਅੱਜ ਜੋ ਗੰਗਾ 'ਚ ਤਰਾ ਦਿੰਦੇ ਜਾ ਕੇ ਮੈਡਲਾਂ ਨੂੰ, ਤਾਂ ਉਸ ਤੋਂ ਬਾਅਦ ਤੁਸੀਂ ਦੇਖਣਾ ਕਿ ਸੰਦੇਸ਼ ਕੀ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ, ਔਰ ਇਹ ਬਹੁਤ ਮਾੜਾ ਜਾਵੇਗਾ। ਦੂਜੇ ਪਾਸੇ ਇਹ ਵੀ ਹੈ ਕਿ ਇਸ ਸਰਕਾਰ ਦਾ ਵਤੀਰਾ ਦੇਖੋ ਨਾ ਤੁਸੀਂ, ਕਿ ਇੱਕ ਚੁਣੀ ਹੋਈ ਸਰਕਾਰ ਆ, ਔਰ ਉਹਨੂੰ ਸੁਪਰੀਮ ਕੋਰਟ ਉਹਦੀਆਂ ਸ਼ਕਤੀਆਂ ਬਹਾਲ ਕਰ ਰਹੀ ਹੈ, ਔਰ ਦੂਜੇ ਪਾਸੇ ਉਹਨਾਂ ਸ਼ਕਤੀਆਂ ਨੂੰ ਫਿਰ ਸੀਮਤ ਕਰਨ ਵਾਸਤੇ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ ਜਾਂਦਾ ਆ, ਔਰ ਆਰਡੀਨੈਂਸ ਵਾਪਸ ਕਰਾਉਣ ਲਈ ਉਹ ਸਰਕਾਰ ਯਤਨਾਂ 'ਚ ਆ। ਇਹ ਜੋ ਕੁਝ ਵਾਪਰ ਰਿਹਾ ਹੈ ਦੇਸ਼ ਦੇ ਅੰਦਰ, ਇਹ ਕੋਈ ਦੇਸ਼ ਦਾ ਭਲਾ ਤਾਂ ਨਹੀਂ ਕਰ ਰਿਹਾ। ਇਹ ਕੀ ਮਤਲਬ ਹੈਗਾ? ਆਪਾਂ ਸੰਦੇਸ਼ ਦੇਣਾ ਚਾਹੁੰਦੇ ਆ, ਇਹ ਜਮਹੂਰੀਅਤ ਹੈ ਇਹ, ਕਿ ਚੁਣੀ ਹੋਈ ਸਰਕਾਰ ਨੂੰ ਕੰਮ ਨਹੀਂ ਕਰਨ ਦੇਣਾ। ਕੰਮ ਕੇਂਦਰ ਦੀ ਮਰਜ਼ੀ ਨਾਲ ਹੋਵੇਗਾ, ਕੰਮ ਗਵਰਨਰ ਕਰੇਗਾ, ਗਵਰਨਰ ਦੀ ਚੱਲੂਗੀ, ਸੀਐਮ ਦੀ ਨਹੀਂ ਚੱਲੇਗੀ। ਜੀ ਸਰੀਨ ਸਾਹਿਬ। ਹੈਲੋ ਜੀ ਆਵਾਜ਼ ਨਹੀਂ ਆਈ? ਮਦਨ ਜੀ ਦੇਖੋ ਹਾਂ ਆ ਗਈ। ਦੇਖੋ ਮਦਨ ਜੀ, ਇਹ ਜੀ ਕੋਈ ਇਸ਼ੂ ਨਹੀਂ ਹੈ ਸੁਪਰੀਮ ਕੋਰਟ ਦੇ ਵਿੱਚ। ਜੇ ਉਹਨਾਂ ਨੂੰ ਕਿਹਾ ਕੋਈ ਵੀ ਕੰਮ ਜਿਹੜਾ ਕਾਨੂੰਨ ਨੂੰ ਛਿੱਕੇ ਟੰਗ ਕੇ ਨਹੀਂ ਹੋਇਆ, ਔਰ ਮੈਂ ਸਮਝਦਾ ਹਾਂ ਕਿ ਇੱਕ ਪ੍ਰੋਪੋਗੰਡਾ ਪੋਲਿਟਿਕਸ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਜੇ ਆਮ ਆਦਮੀ ਪਾਰਟੀ ਅੱਜ ਸਮਰਥਨ ਲੈਣ ਦੀ ਗੱਲ ਕਰਦੀ ਹੈ, ਜੇ ਇਹਨਾਂ ਨੂੰ ਕੋਰਟ ਜੇ ਕੋਈ ਵੀ ਕੰਮ ਐਜ਼ ਪਰ ਲਾਅ ਨਹੀਂ ਹੋਇਆ ਤਾਂ ਕਾਨੂੰਨ ਦੇ ਦਰਵਾਜ਼ੇ ਖੁੱਲੇ ਆ ਜੀ, ਤੇ ਉੱਥੇ ਜਾਣਾ ਚਾਹੀਦਾ ਸੀ। ਕਾਨੂੰਨ ਸਭ ਤੋਂ ਵੱਡਾ ਕਾਨੂੰਨ ਕਿਹੜਾ ਆ ਆਪਣੇ ਦੇਸ਼ ਦਾ? ਸਭ ਤੋਂ ਵੱਡੀ ਅਦਾਲਤ ਕਿਹੜੀ ਹੈ ਜੀ? ਸੁਪਰੀਮ ਕੋਰਟ ਹੈ। ਹਾਂ, ਤੇ ਸੁਪਰੀਮ ਕੋਰਟ ਦਾ ਫੈਸਲਾ ਦੇ ਚੁੱਕਿਆ ਸੀ। ਸੁਪਰੀਮ ਕੋਰਟ ਦਾ ਕੋਈ ਫੈਸਲਾ, ਸੁਪਰੀਮ ਕੋਰਟ ਦੇ ਫੈਸਲੇ, ਹਰ ਚੀਜ਼ ਕਾਨੂੰਨ ਦੇ ਜਿਹੜੇ ਅੱਗੇ ਰਸਤੇ ਹੁੰਦੇ ਆ ਉਹਨੂੰ ਅਡਾਪਟ ਕੀਤਾ ਪਿਆ ਉਹਨਾਂ ਨੇ। ਕੋਈ ਦੇਸ਼ ਦੇ ਉਸੇ ਹੀ ਕਾਨੂੰਨ ਨੂੰ ਕੋਈ ਛਿੱਕੇ ਟੰਗ ਕੇ, ਕੋਈ ਬਾਹਰ ਲਿਆ ਕੇ, ਕੋਈ ਨਵਾਂ ਕੋਈ ਫਾਰਮੇਸ਼ਨ ਆਫ ਨਿਊ ਲਾਅ ਥੋੜੀ ਨਾ ਕੀਤਾ। ਉਸੇ ਲਾਅ ਦੀਆਂ ਪ੍ਰੋਵੀਜ਼ਨਸ ਆ ਉਹਨੂੰ ਫੋਲੋ ਕੀਤਾ, ਉਹਨੂੰ ਇੰਪਲੀਮੈਂਟ ਕੀਤਾ। ਸਿੱਖਾਂ ਵਾਲੇ ਜੀ ਤੁਸੀਂ ਕੀ ਕਹਿੰਦੇ ਹੋ ਇਸ ਮਾਮਲੇ 'ਚ? ਦੇਖੋ ਜੀ, ਜਿਹੜੀ ਗੱਲ ਤਾਂ ਹੈ, ਜਿਹੜੀਆਂ ਸ਼ਕਤੀਆਂ ਪਹਿਲਾਂ ਮਿਲੀਆਂ ਹੋਈਆਂ ਸੀ, ਜਿਸ ਤਰ੍ਹਾਂ ਸ਼ੀਲਾ ਦੀਕਸ਼ਿਤ ਜੀ ਨੂੰ ਮਿਲੀਆਂ ਹੋਈਆਂ ਸੀ, ਜਾਂ ਜਿਸ ਤਰ੍ਹਾਂ ਪਹਿਲਾਂ ਯੂਟੀ ਚੱਲ ਰਹੀ ਸੀ, ਜੇ ਉਹਨਾਂ ਦੇ ਵਿੱਚ ਕੋਈ ਇਹਨਾਂ ਨੇ ਕਟਿੰਗ ਕੀਤੀ ਹੈ, ਉਹਦੀਆਂ ਸ਼ਕਤੀਆਂ ਨੂੰ ਘਟਾਇਆ, ਤਾਂ ਫਿਰ ਤਾਂ ਉਹਦੇ ਖਿਲਾਫ ਆਰਡੀਨੈਂਸ ਲਿਆਉਣਾ ਮਾੜੀ ਗੱਲ ਆ, ਉਹਦੀ ਅਸੀਂ ਨਿੰਦਾ ਵੀ ਕਰਦੇ ਹਾਂ। ਪਰ ਜੇ ਫਰਜ਼ ਕਰੋ ਇਹ ਉਸ ਤੋਂ ਬਾਅਦ ਇਹ ਇੱਕ ਡਰਾਮਾ ਚੱਲੇ, ਇਹ ਕਹਿਣ ਸਾਨੂੰ ਜੀ ਪੁਲਿਸ ਵੀ ਦਿਓ, ਸਾਨੂੰ ਹੋਰ ਵੀ ਸ਼ਕਤੀਆਂ ਦਿਓ, ਉਹ ਫਿਰ ਉਹ ਹੈਗਾ ਡਰਾਮਾ। ਨਹੀਂ, ਸਿੱਖਾਂ ਵਾਲੀ ਸਾਨੂੰ ਗੱਲ ਲੱਗ ਰਹੀ ਆ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ, ਆਪਾਂ ਗੱਲ ਕਰ ਰਹੇ ਹਾਂ ਕਿ ਸੁਪਰੀਮ ਕੋਰਟ ਨੇ ਜਿਹੜੀਆਂ ਸ਼ਕਤੀਆਂ ਬਹਾਲ ਕੀਤੀਆਂ ਸੀ ਉਹਨਾਂ ਨੂੰ ਸੀਮਤ ਕਰਨ ਵਾਸਤੇ ਆਰਡੀਨੈਂਸ ਜਾਰੀ ਕੀਤਾ ਗਿਆ, ਜਿਹਦੇ ਵਿੱਚ ਪੁਲਿਸ ਨਹੀਂ ਮੰਗੀ ਗਈ, ਨਾ ਹੀ ਪੁਲਿਸ ਦਿੱਤੀ ਗਈ ਹੈ। ਉਹਦੇ ਵਿੱਚ ਸਿਰਫ ਬਾਕੀ ਜਿਹੜੇ ਕੰਮ ਆ, ਬਦਲੀਆਂ, ਇੱਕ ਲੈਂਡ ਔਰ ਇੱਕ ਪੁਲਿਸ, ਇਹਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਅਧਿਕਾਰ ਆ ਉਹ ਦਿੱਲੀ ਸਰਕਾਰ ਨੂੰ ਦੇ ਦਿੱਤੇ ਗਏ ਸੀ ਸੁਪਰੀਮ ਕੋਰਟ ਵੱਲੋਂ, ਔਰ ਪਹਿਲਾਂ ਨਹੀਂ ਸੀ ਇਹ। ਮੈਂ ਉਹੀ ਗੱਲ ਕਰ ਰਿਹਾ ਜੀ, ਆਪਾਂ ਪਹਿਲਾਂ ਵੀ ਇੱਥੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸੁਪਰੀਮ ਕੋਰਟ ਜੋ ਸਾਡੇ ਮਾਣਯੋਗ ਹੈ,
ਉਹ ਕੋਈ ਨਵਾਂ ਕਾਨੂੰਨ ਨਹੀਂ ਬਣਾ ਸਕਦੇ। ਉਹ ਤਾਂ ਜਿਹੜਾ ਪੁਰਾਣਾ ਕਾਨੂੰਨ ਹੈ ਉਹਦੀ ਨਜ਼ਰਸਾਨੀ ਕਰਕੇ ਡਾਇਰੈਕਸ਼ਨਸ ਦੇ ਸਕਦੇ ਆ। ਨਵਾਂ ਕਾਨੂੰਨ ਪਾਰਲੀਮੈਂਟ ਨੇ ਬਣਾਉਣਾ ਹੁੰਦਾ ਨਹੀਂ, ਜਿਹੜੀਆਂ ਡਾਇਰੈਕਸ਼ਨਸ ਦਿੱਤੀਆਂ ਉਹਦੀ ਗੱਲ ਕਰ ਰਿਹਾ ਮੈਂ। ਹਾਂ, ਜਿਹੜੀਆਂ ਪਹਿਲਾਂ ਸ਼ਕਤੀਆਂ ਮਿਲੀਆਂ ਹੋਈਆਂ, ਅਗਰ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਸਰਕਾਰ, ਤਾਂ ਉਹ ਅਸੀਂ ਤਾਂ ਉਸ ਚੀਜ਼ ਦੇ ਖਿਲਾਫ ਹੈ ਫਿਰ, ਕਿਉਂਕਿ ਉਹ ਕਾਨੂੰਨ ਦੇ ਖਿਲਾਫ ਹੈ। ਪਰ ਕਾਂਗਰਸ ਕਾਂਗਰਸ ਕਾਫੀ ਸਮਾਂ ਲੈ ਰਹੀ ਹੈ। ਇਹ ਸਮਾਂ ਲੈ, ਉਹਦੇ ਚ ਪਤਾ ਕੀ ਹੈ ਜੀ, ਉਹਦੇ ਚ ਮੇਨ ਗੱਲ ਕੀ ਹੈ, ਜਿਹੜਾ ਸਮਰਥਨ ਮੰਗ ਰਿਹਾ ਕੌਣ? ਕੇਜਰੀਵਾਲ। ਤੇ ਕੇਜਰੀਵਾਲ ਦਾ ਸਮਰਥਨ ਅਸੀਂ ਪਹਿਲਾਂ ਵੀ ਦਿੱਲੀ 'ਚ ਕੀਤਾ, ਅਸੀਂ ਉਹਦੇ 'ਚ ਵੀ ਘਾਟਾ ਖਾਧਾ, ਕਿਉਂਕਿ ਜਦੋਂ ਅਸੀਂ ਪਹਿਲੀ ਵਾਰੀ ਇਹਨਾਂ ਦੀ ਸਰਕਾਰ ਬਣਾਤੀ ਸਮਰਥਨ ਦੇ ਕੇ, ਉਸ ਤੋਂ ਬਾਅਦ ਇਹਨਾਂ ਨੇ ਡਰਾਮਾ ਕੀਤਾ, ਵਿਧਾਨ ਸਭਾ ਦੇ ਵਿੱਚ ਲਾਇਆ ਲੋਕਪਾਲ ਬਿੱਲ, ਵੀ ਲੋਕਪਾਲ ਬਿੱਲ ਦੇ ਹੱਕ ਦੇ ਵਿੱਚ ਤੁਸੀਂ ਦਿਓ, ਸਾਨੂੰ ਸਮਰਥਨ ਦਿਓ। ਤੇ ਕਾਂਗਰਸ ਪਾਰਟੀ ਨੇ ਕਿਹਾ ਵੀ ਲੋਕਪਾਲ ਬਿੱਲ ਪਾਰਲੀਮੈਂਟ 'ਚ ਹੋ ਸਕਦਾ, ਇਕੱਲੀ ਵਿਧਾਨ ਸਭਾ ਦਾ, ਦਿੱਲੀ ਦਾ ਨਹੀਂ ਹੋ ਸਕਦਾ। ਉੱਥੇ ਫਿਰ ਇਹਨੇ ਰਿਜ਼ਾਈਨ ਕਰਤਾ, ਰਿਜ਼ਾਈਨ ਕਰਕੇ ਹਾਈ ਵੋਲਟੇਜ ਡਰਾਮਾ ਕੀਤਾ। ਉੱਥੇ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ, ਕਿਉਂਕਿ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਇਸ ਵਿਸ਼ੇ ਤੇ। ਹੁਣ ਤਾਂ ਪੂਰਨ ਬਹੁਮਤ ਹੈ, 2 ਵਾਰ ਹੋ ਗਏ ਉਹਨੂੰ, ਹੁਣ ਲੋਕਪਾਲ ਕਿਉਂ ਨਹੀਂ ਲੈ ਕੇ ਆਇਆ? ਹੁਣ ਲੋਕਪਾਲ ਕਿਉਂ ਨਹੀਂ ਲੈ ਕੇ ਆਇਆ ਕੇਜਰੀਵਾਲ ਦੇ? ਇਹ ਸਿੱਧਾ ਸਵਾਲ ਹੈ। ਉਹ ਇਸ ਕਰਕੇ ਇਹ, ਕਿਉਂਕਿ ਡਰਾਮੇਬਾਜ਼ ਬੰਦਾ ਹੈ। ਤੇ ਦੂਸਰਾ ਜਿਹੜਾ ਸਾਡਾ ਸ਼ੱਕ ਹੈ ਸ਼ੁਰੂ ਤੋਂ ਹੀ ਕਿ ਇਹ RSS ਦੀ ਬੀ ਟੀਮ ਹੈ। ਇਹ ਜੋ RSS ਦੀਆਂ ਡਾਇਰੈਕਸ਼ਨਾਂ ਆਉਂਦੀਆਂ ਉਹਦੇ ਅਨੁਸਾਰ ਕੰਮ ਕਰਦੇ ਆ। ਅੱਜ ਜਿਵੇਂ ਦਿੱਲੀ ਦੇ ਵਿੱਚ ਕੋਈ ਜਿਹੜੇ 2 ਨੰਬਰ ਦਾ ਕੰਮ ਕਰਨ ਵਾਲੇ ਗਰੁੱਪ ਹੈ, ਉਹ 2-2 3-3 ਗਰੁੱਪ ਬਣਾ ਲੈਂਦੇ ਆਪਸ ਵਿੱਚ। ਇੱਕ ਜਣਾ ਕੰਮ ਕਰਦਾ, ਦੂਜਾ ਉਹਦੇ ਉਲਟਾ ਕਰਕੇ ਖੜਾ ਹੋ ਜਾਂਦਾ, ਤੀਜਾ ਫੇਰ ਆ ਜਾਂਦਾ। ਉਹ ਹੁੰਦੇ ਸਾਰੇ ਰਲੇ ਆ। ਇਸੇ ਤਰ੍ਹਾਂ ਹੀ ਜਿਹੜੇ ਇਹ ਮੋਦੀ ਤੇ ਕੇਜਰੀਵਾਲ ਆਪਸ ਵਿੱਚ ਰਲੇ ਹੋਏ ਆ। ਇਹਨਾਂ ਨੇ ਪਹਿਲਾਂ ਆਪਣਾ ਪੰਜਾਬ ਦਾ ਸਿਹਤ ਮੰਤਰੀ ਬਲੀ ਦਾ ਬੱਕਰਾ ਬਣਾਇਆ ਸੰਗਰੂਰ ਦੀ ਇਲੈਕਸ਼ਨ ਵਾਸਤੇ। ਇਸੇ ਤਰ੍ਹਾਂ ਦਿੱਲੀ ਦਾ ਸਿਹਤ ਮੰਤਰੀ ਜਿਹੜਾ, ਉਹ ਵੀ ਬਲੀ ਦਾ ਬੱਕਰਾ ਬਣਾਇਆ ਹੋਇਆ ਇਹਨਾਂ ਨੇ ਰਾਜਨੀਤੀ ਵਾਸਤੇ। ਸੋ ਇਹ ਜਿਹੜੀਆਂ ਸਮਝ ਗੱਲਾਂ ਨਾ ਜੀ RSS ਦੀਆਂ, ਇਹ ਸਮਝਣੀਆਂ ਔਖੀਆਂ ਥੋੜੀਆਂ ਜੀਆਂ। ਔਰ ਜਿਹੜੀ ਗੱਲ ਆਪਾਂ ਅੱਜ ਪਹਿਲਾਂ ਪਹਿਲਵਾਨਾਂ ਬਾਰੇ ਵੀ ਕਰ ਰਹੇ ਸੀ, ਕਿਉਂਕਿ RSS ਸ਼ੁਰੂ ਤੋਂ ਜਿਹੜੇ ਦਲਿਤ ਹੈ ਤੇ ਔਰਤ ਹੈ, ਇਹਨਾਂ ਦੇ ਵਿਰੋਧੀ ਹੈ। ਇਸੇ ਕਰਕੇ ਇਹਨਾਂ ਨੂੰ ਜਿਹੜਾ ਔਰਤਾਂ ਦੀ ਮੰਗ ਹੈ, ਜਿਹੜੇ ਔਰਤ ਖਿਡਾਰੀ ਹੈ ਸਾਡੇ, ਜਿਹੜੇ ਰੈਸਲਰ ਔਰਤਾਂ, ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਦੀ ਗੱਲ ਹੋਈ ਹੈ, ਪਰ ਉਹਨਾਂ ਦੀ ਕੋਈ ਵੀ ਗੱਲ ਸੁਣੀ ਨਹੀਂ ਗਈ। ਤੇ ਕੇਜਰੀਵਾਲ ਦਾ ਕੋਈ ਬੰਦਾ ਉਹਨਾਂ ਦੇ ਨਾਲ ਨਹੀਂ ਜਾ ਕੇ ਬੈਠਾ। ਸਾਨੂੰ ਤਾਂ ਸਾਰੀਆਂ ਗੱਲਾਂ ਦਿਖਦੀਆਂ ਇਹ। ਸੋ ਇਹ ਇੱਕ ਥਾਂ ਤੇ ਨਹੀਂ, ਬਹੁਤ ਥਾਵਾਂ ਤੇ ਸਾਨੂੰ ਇਹ ਗੱਲ ਸਾਬਤ ਹੋ ਚੁੱਕੀ ਹੈ। ਇਸ ਕਰਕੇ ਅਸੀਂ ਨਿੱਜੀ ਤੌਰ ਤੇ ਕੇਜਰੀਵਾਲ ਸਾਹਿਬ ਦੇ ਨਾਲ ਨਹੀਂ, ਪਰ ਅਸੀਂ ਸੰਵਿਧਾਨਕ ਤੌਰ ਤੇ ਜੇ ਕੋਈ ਗੈਰ ਸੰਵਿਧਾਨਕ ਗੱਲ ਕਰਦੀ ਹੈ ਬੀਜੇਪੀ, ਅਸੀਂ ਉਹਦੇ ਖਿਲਾਫ ਆ ਪੂਰੀ ਤਰ੍ਹਾਂ। ਹੁਣ ਅਸਲ ਦੇ ਵਿੱਚ ਜਿਹੜੀ ਸਾਨੂੰ ਗੱਲ ਇਹ ਲੱਗ ਰਹੀ ਹੈ, ਸੁੱਖੂ ਕੀ ਲੈਣ ਗਏ ਸੀ? ਸੁੱਖੂ ਜੀ ਕੀ ਲੈਣ ਗਏ ਸੀ ਕੇਜਰੀਵਾਲ ਕੋਲੇ? ਉਹ ਦੇਖੋ, ਜਿੰਨੀ ਦੇਰ ਗੱਲ ਸਾਹਮਣੇ ਨਹੀਂ ਆਉਂਦੀ ਉਨੀ ਦੇਰ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਵੀ ਕੀ ਲੈਣ ਗਏ ਸੀ। ਮੀਟਿੰਗ ਤਾਂ ਹੋਈ ਹੈ ਨਾ। ਜਿਹੜੀ ਸਾਨੂੰ ਗੱਲ ਲੱਗ ਰਹੀ ਉਹ ਇਹ ਹੈ ਕਿ ਇਹ ਜਿਹੜਾ ਕੇਜਰੀਵਾਲ ਹੈ, ਇਹਨੂੰ ਚਾਬੀ ਦੇ ਕੇ ਛੱਡਿਆ। ਜਿਸ ਤਰ੍ਹਾਂ ਇਹ ਆਪਣੇ ਪਾਰਲੀਮੈਂਟ ਦੇ ਉਦਘਾਟਨ ਵੇਲੇ 19 ਪਾਰਟੀਆਂ ਇਕੱਠੀਆਂ ਹੋਈਆਂ ਇੱਕ ਪਲੇਟਫਾਰਮ ਤੇ ਉਹਨਾਂ ਨੂੰ ਖਿਲਾਰਨ ਵਾਸਤੇ ਇਹਨੇ ਕੋਈ ਹਾਈ ਵੋਲਟੇਜ ਡਰਾਮਾ ਕਰਨਾ। ਹੁਣ ਉਹਨਾਂ ਨੂੰ ਸਾਰਿਆਂ ਨੂੰ, ਉਹਨਾਂ ਨੂੰ ਖਿਲਾਰਨ ਵਾਸਤੇ, ਉਹਨਾਂ ਦਾ ਅਲੱਗ-ਅਲੱਗ ਗਰੁੱਪ ਬਣਾਉਣ ਵਾਸਤੇ ਉਹ ਇਹ ਕੰਮ ਕਰ ਰਹੇ ਆ। ਇਹ ਆਰਡੀਨੈਂਸ ਵੀ ਸਾਨੂੰ ਜਿਹੜੀ ਲੱਗ ਰਹੀ ਗੱਲ ਲੱਗ ਰਹੀ ਹੈ ਬਿਲਕੁਲ ਨਹੀਂ। ਫਿਰ ਜੇ ਤਾਂ ਕੇਜਰੀਵਾਲ ਦੇ ਕੋਸ਼ਿਸ਼ਾਂ ਨਾਲ ਜੇ ਖਿਲਰਦੇ ਆ, ਫਿਰ ਤਾਂ ਇਕੱਠੇ ਹੋ ਹੀ ਨਹੀਂ ਸਕਦੇ ਨਾ। ਖੈਰ, ਜੋਸਫ ਸਾਹਿਬ, ਤੁਹਾਨੂੰ ਕੀ ਲੱਗਦਾ ਹੈ? ਇਹ ਆਉਣ ਵਾਲੀਆਂ 24 ਦੀਆਂ ਚੋਣਾਂ ਦੀ ਤਿਆਰੀ ਹੈ, ਪਰ ਉਸ ਤੋਂ ਪਹਿਲਾਂ 4 ਸੂਬਿਆਂ ਦੇ ਚੋਣਾਂ ਆ। ਉਹਨਾਂ ਦੇ ਵਿੱਚ ਜੇ, ਕਿਉਂਕਿ ਕਾਂਗਰਸ ਦੇ ਅੰਦਰ ਵੀ ਇਹ ਮਹਿਸੂਸ ਕੀਤਾ ਜਾ ਰਿਹਾ ਹੈ, ਕੁਝ ਕਾਂਗਰਸ ਅੰਦਰੋਂ ਬਿਆਨ ਆ ਵੀ ਰਹੇ ਆ ਕਿ ਇੱਕ ਸਮਝੌਤੇ ਦੇ ਤਹਿਤ ਚੱਲਣਾ ਪਏਗਾ ਜੇ ਤੁਸੀਂ ਬੀਜੇਪੀ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ ਤਾਂ, ਵਰਨਾ ਬਹੁਤ ਔਖਾ ਆ। ਗੱਲ ਹੈ ਜੀ, ਜੋ ਅੱਜ ਸੁੱਖੂ ਜੀ ਦਾ ਮਿਲਣਾ ਕੇਜਰੀਵਾਲ ਨੂੰ, ਇਹ ਕੋਈ ਹਿਡਨ ਏਜੰਡਾ ਤਾਂ ਇਹਨਾਂ ਦਾ ਜ਼ਰੂਰ ਹੈ। ਮੈਂ ਤਾਂ ਅੱਗੇ ਗੱਲ ਕਰ ਰਿਹਾ ਸੀ ਕਿ ਕਾਂਗਰਸ ਠੀਕ ਹੈ ਕਿ ਆਪਣੀ ਸਲਾਹ ਦੇ ਵਾਸਤੇ ਜੋ ਸਟੇਟਾਂ ਨੂੰ ਜ਼ਰੂਰ ਬਣਾਉਂਦੀ ਹੈ, ਪਰ ਜਦੋਂ ਕਿਤੇ ਫਾਈਨਲ ਡਿਸੀਜਨ ਕਰਨਾ ਹੋਵੇ ਕੋਈ ਕੌਨਫੀਡੈਂਸ ਨਹੀਂ ਲੈਂਦੀ। ਜੋ ਪੁਰਾਣੇ ਸਮੇਂ 'ਚ ਰਿਹਾ, ਹੁਣ ਵੀ ਜੋ ਰਾਹੁਲ ਗਾਂਧੀ ਜੀ ਬੈਠੇ ਨੇ ਜਾਂ ਖੜਗੇ ਸਾਹਿਬ ਨੇ, ਸੋਨੀਆ ਗਾਂਧੀ ਨੇ, ਇਹਨਾਂ ਸਾਰਿਆਂ ਨੂੰ ਬੁਲਾ ਕੇ, ਚਾਹੇ ਉਹ ਪੰਜਾਬ ਦੇ ਨੇ ਚਾਹੇ ਦਿੱਲੀ ਦੇ, ਇਹਨਾਂ ਦੇ ਕੋਲੋਂ ਇਹਨਾਂ ਦੀ ਗੱਲਾਂ ਵੀ ਸੁਣ ਲਿਆ, ਇਹਨਾਂ ਕੋਲੋਂ ਪੁੱਛ ਵੀ ਲਿਆ ਕਿ ਤੁਹਾਡੀ ਕੀ ਰਾਏ ਹੈ, ਔਰ ਇਹ ਆਪਣੀ ਰਾਏ ਦੇ ਮੁਤਾਬਕ ਤਗੜੇ ਹੋ ਕੇ ਖੜੇ ਵੀ ਨੇ। ਪਰ ਇਹਨਾਂ ਦੀ ਸਾਰੀ ਰਾਏ ਉੱਥੇ, ਜੋ ਮੇਰੀ ਸੋਚ ਹੈ, ਜੋ ਪੁਰਾਣਾ ਇਹਨਾਂ ਦਾ ਇਤਿਹਾਸ ਰਿਹਾ, ਉਹਦੇ 'ਚ ਕੋਈ ਇਹਨਾਂ ਦੀ ਸਾਰੀ ਰਾਏ ਮੰਨੀ ਨਹੀਂ ਜਾਣੀ। ਕੋਈ ਹਿਡਨ ਏਜੰਡਾ ਤਾਂ ਇਹਨਾਂ ਦਾ ਹੈ। ਬਾਕੀ ਹਾਲਾਤ ਇਹ ਬਣ ਗਏ ਕਿ ਹੁਣ ਆਪਾਂ ਕਹਿ ਦਈਏ ਕੋਈ ਅਸੂਲਾਂ ਦੀ ਰਾਜਨੀਤੀ, ਕੋਈ ਜਿਹੜੀ ਇਸ ਗੱਲ ਦੀ ਰਾਜਨੀਤੀ, ਉਹ ਰਾਜਨੀਤੀ ਖਤਮ ਹੋ ਗਈ। ਹੁਣ ਤਾਂ ਇਹ ਵੀ ਕੰਮ ਜਿੱਥੇ ਤੁਹਾਡਾ ਸੂਤ ਆਉਂਦਾ ਹੈ, ਜਿਸ ਪਾਰਟੀ ਦਾ ਜਿੱਥੇ ਸੂਤ ਆਉਂਦਾ, ਉਹ ਆਪਣਾ ਪ੍ਰੋਗਰਾਮ ਉਸ ਤਰੀਕੇ ਦੇ ਨਾਲ ਉਲੀਕ ਲੈਂਦੀ, ਚਾਹੇ ਕੋਈ ਨਵਾਂ ਡਿਸੀਜਨ ਹੋਵੇ, ਚਾਹੇ ਜਿਸ ਤਰੀਕੇ ਦੇ ਨਾਲ ਇਹ ਆਰਡੀਨੈਂਸ ਇਹਨਾਂ ਦੇ ਅਗੇਂਸਟ ਹੋਇਆ। ਕਿਉਂਕਿ ਮੈਂ ਵੀ ਇਸ ਹੱਕ ਦੇ ਵਿੱਚ ਨਹੀਂ, ਬਿਲਕੁਲ ਮੈਂ ਤੁਹਾਨੂੰ ਅਸਲੀਅਤ ਦੱਸਾਂ, ਕਿਉਂਕਿ ਦਿੱਲੀ ਦੇਸ਼ ਦੀ ਕੈਪੀਟਲ ਹੈ। ਦੇਸ਼ ਦੀ ਕੈਪੀਟਲ ਦੇ ਵਿੱਚ ਜੇ ਉਹ ਸਟੇਟ ਦੀ ਜਿਹੜੀ ਉੱਥੇ ਸਟੇਟ ਬਣਾਈ ਹੈ, ਉਹਦੀ ਇੰਟਰਵੈਂਸ਼ਨ ਹੁੰਦੀ ਰਹੇ। ਉੱਥੇ ਬੜੇ ਲੋਕਾਂ ਨੇ ਕੋਈ
ਦੂਜੇ ਰਾਸ਼ਟਰਾਂ ਦੇ ਮੁਖੀਆਂ ਨੇ ਆਣਾ ਹੁੰਦਾ, ਸਾਰੀ ਦੁਨੀਆ ਨੇ ਉੱਥੇ ਇਕੱਠਾ ਹੋਣਾ ਉਹ ਹੁੰਦਾ। ਜਿਹੜੇ ਮੁਖੀਆਂ ਨੇ ਆਉਣਾ ਮੁਖੀਆਂ ਨੇ ਆਉਣਾ, ਉਹ ਤਾਂ ਜੋਸਨ ਸਾਹਿਬ ਪੁਲਿਸ ਨੇ ਦੇਖਣਾ ਨਾ, ਤੇ ਪੁਲਿਸ ਤਾਂ ਕੇਂਦਰ ਕੋਲ ਹੀ ਹੈ। ਕੇਂਦਰ ਕੋਲ ਮੈਂ ਉਹ ਗੱਲ ਮੰਨਣਾ, ਇਹ ਗੱਲ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ। ਸੁਰੱਖਿਆ ਦਾ ਮਾਮਲਾ ਤਾਂ ਨਾ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ, ਨਾ ਹੀ ਆਮ ਆਦਮੀ ਪਾਰਟੀ ਮੰਗ ਰਹੀ ਹੈ। ਗੱਲ ਇਹ ਵੀ ਜਦੋਂ ਇਹ ਕਾਂਗਰਸ ਨੇ ਸਟੇਟ ਬਣਾਈ ਸੀ, ਉਸ ਵੇਲੇ ਜਦੋਂ ਇਹ ਸਟੇਟ ਬਣੀ, ਉਸ ਵੇਲੇ ਹੀ ਇਹਨੂੰ ਕਮਜ਼ੋਰ ਕਰਕੇ ਰੱਖਿਆ ਕਿ ਇਹ ਜਿਹੜੀ ਦਿੱਲੀ ਦੀ ਗਵਰਨਮੈਂਟ ਹੈ ਘੱਟੋ ਘੱਟ ਸਾਨੂੰ ਅੱਖਾਂ ਨਾ ਵਿਖਾ ਸਕੇ, ਕਿਤੇ ਲੋੜ ਪੈਂਦੀ ਕੋਈ ਹਾਲਾਤ ਇਹੋ ਜਿਹੇ ਬੰਦੇ ਨੇ ਕੰਟਰਾਵੈਂਸ਼ਲ ਸਾਡੇ 'ਚ ਹੁੰਦੀ ਤੇ ਉਹਨੂੰ ਆਸਾਨੀ ਦੇ ਨਾਲ ਉਸ ਗੱਲ ਨੂੰ ਅਸੀਂ ਦਬ ਸਕੀਏ। ਅੱਜ ਵੀ ਦਿੱਲੀ ਦੀ ਰਾਜਨੀਤੀ ਹੈ, ਔਰ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਇਹ ਚਾਹੇ ਕਾਂਗਰਸ ਨੇ ਉਸ ਵੇਲੇ ਜਿਹੜਾ ਇਹ ਸਟੇਟ ਬਣਾਈ ਹੈ, ਇਹ ਜਿੰਨਾ ਚਿਰ ਦਿੱਲੀ ਜਿਹੜਾ ਸਾਡੀ ਦੇਸ਼ ਦੀ ਕੈਪੀਟਲ, ਉਹਨੂੰ ਸਟੇਟ ਬਣਾਉਣਾ ਹੀ ਨਹੀਂ ਚਾਹੀਦਾ ਸੀ, ਇਹਨੂੰ ਯੂਟੀ ਰੱਖਣਾ ਚਾਹੀਦਾ ਸੀ, ਤਾਂ ਜੋ ਕਿ ਕਿਤੇ ਵੀ ਕੋਈ ਡਿਗਨਿਟੀ ਆਉਂਦਾ, ਕਿਤੇ ਕੋਈ ਧਰਨੇ ਲੱਗਦੇ ਨੇ, ਹੋਰ ਚੀਜ਼ਾਂ ਨੇ, ਇਹ ਘੱਟੋ ਘੱਟ ਸਾਰਾ ਜੋ ਭਾਰਤ ਸਰਕਾਰ ਦੇ ਹੱਥ ਰਹਿੰਦਾ। ਕਿਉਂਕਿ ਜਦੋਂ ਕੋਈ ਬਾਹਰੋਂ ਆਉਂਦਾ, ਅੱਜ ਸਾਡੇ ਪਹਿਲਵਾਨ ਸਾਹਿਬ ਧਰਨੇ ਲੱਗਣੇ ਜਿਹੜੇ ਧਰਨਿਆਂ ਨੂੰ ਰੋਕਣਾ ਜਾਂ ਧਰਨੇ ਲੱਗਣ ਦਾ ਫੈਸਲਾ ਕਰਨਾ ਜਾਂ ਨਾ ਕਰਨਾ, ਇਹਦਾ ਪੁਲਿਸ ਕੋਲ ਹੈ ਨਾ ਸਾਰਾ ਕੁਝ। ਨਹੀਂ, ਮੈਂ ਰੋਕਣ ਦੀ ਗੱਲ ਨਹੀਂ ਕਰ ਰਿਹਾ, ਪਰ ਜਦੋਂ ਕੋਈ ਸਟੇਟ ਗਵਰਨਮੈਂਟ ਹੋਰ ਹੋਏਗੀ, ਦਿੱਲੀ ਦੀ ਗਵਰਨਮੈਂਟ ਹੋਰ ਹੈ, ਉਸ ਵੇਲੇ ਨੇਚਰਲੀ ਆਪਾਂ ਥੋੜਾ ਜਿਹਾ ਗੱਲ ਨੂੰ ਕੰਫਿਊਜ਼ ਕਰ ਰਹੇ ਹਾਂ। ਜਿਹੜੀ ਸਰਕਾਰ ਚੁਣੀ ਹੋਈ ਹੈ, ਉਹਦੇ ਕੋਲੇ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ, ਨਾ ਲੈਂਡ ਦਾ ਮਾਮਲਾ ਹੈਗਾ ਔਰ ਨਾ ਹੀ ਜਿਹੜਾ ਸੁਰੱਖਿਆ ਦਾ ਮਾਮਲਾ ਆ। ਉਹਦੇ ਕੋਲੇ ਬਾਕੀ ਦੇ ਪ੍ਰਸ਼ਾਸਨਿਕ ਕੰਮ ਨੇ, ਜਿਵੇਂ ਕਿ ਮਿਊਨਿਸਪਲ ਕਾਰਪੋਰੇਸ਼ਨ ਕੋਲੇ ਹੈਗੇ ਆ। ਉਹਦੇ ਵਿੱਚ ਅਧਿਕਾਰੀਆਂ ਦੀਆਂ ਬਦਲੀਆਂ ਕੌਣ ਕਰ ਸਕਦਾ ਹੈ, ਕੌਣ ਨਹੀਂ ਕਰ ਸਕਦਾ, ਇਹ ਤਾਂ ਮਸਲਾ ਲੋਕਲ ਆ, ਲੋਕਲ ਦਿੱਲੀ ਦਾ ਮਾਮਲਾ ਇਹ। ਇਹਦੇ ਵਿੱਚ ਕੇਂਦਰ ਦਾ ਕੁਛ ਲੈਣਾ ਦੇਣਾ ਨਹੀਂ। ਇਹਦੇ ਵਿੱਚ ਜੇ ਅੰਬੈਸੀਆਂ ਦੀ ਸੁਰੱਖਿਆ ਦਾ ਮਾਮਲਾ ਆ, ਉਹਦੇ ਵਿੱਚ ਦਿੱਲੀ ਸਰਕਾਰ ਦੀ ਕੋਈ ਭੂਮਿਕਾ ਨਹੀਂ, ਬਿਲਕੁਲ ਹੀ। ਉਹ ਭੂਮਿਕਾ ਕੇਂਦਰ ਸਰਕਾਰ ਕੋਲ ਰਹਿਣੀ ਹੈ, ਗ੍ਰਹਿ ਮੰਤਰਾਲਿਆ ਕੋਲ ਰਹਿਣੀ ਹੈ। ਇਹ ਸਿਰਫ ਇਹ ਆ ਕਿ ਜਿਹੜੇ ਲੋਕਲ ਕੰਮ ਆ, ਜਿਵੇਂ ਸੜਕਾਂ ਦਾ ਕੰਮ ਆ, ਬਿਜਲੀ ਦਾ ਕੰਮ ਆ, ਪਾਣੀ ਦਾ ਕੰਮ ਆ, ਹੈਲਥ ਦਾ ਕੰਮ ਆ, ਜਾਂ ਬਾਕੀ ਜਿਹੜੇ ਕੰਮ ਹੈਗੇ ਆ, ਉਹਨਾਂ ਵਿੱਚ ਕਿਹੜੇ ਅਧਿਕਾਰੀ ਲਾਉਣੇ ਆ, ਕਿਹੜੇ ਹਟਾਉਣੇ ਆ, ਉਹ ਗਵਰਨਰ ਨਾ ਹਟਾਏ ਨਾ ਲਾਏ, ਉਹ ਮੁੱਖ ਮੰਤਰੀ ਦੀ ਸ਼ਕਤੀ ਹੋਵੇ। ਮੁੱਖ ਮੰਤਰੀ ਉਹਨੂੰ ਪਾਸ ਕਰਕੇ ਗਵਰਨਰ ਕੋਲ ਭੇਜੇ, ਔਰ ਗਵਰਨਰ ਜਿਵੇਂ ਪੰਜਾਬ ਦੇ ਗਵਰਨਰ ਨੂੰ ਮਜਬੂਰ ਹੋਣਾ ਪੈਂਦਾ ਆ ਫਾਈਲ 'ਤੇ ਸਾਈਨ ਕਰਨ ਲਈ, ਉਵੇਂ ਸਾਈਨ ਕਰ ਦੇਵੇ। ਦੇਖੋ ਜੀ, ਗੱਲ ਇਹ ਹੈ ਕਿ ਫਿਰ ਤਾਂ ਸਟੇਟ ਉਹ ਬਰਾਬਰ ਦੀ ਪਾਵਰਫੁਲ ਹੋਊਗੀ ਜਿੰਨੀਆਂ ਦੂਜੀ ਸਾਡੇ ਦੇਸ਼ ਦੀਆਂ ਸਟੇਟਸ ਨੇ। ਉਹ ਦੇਸ਼ ਦੀ ਕੈਪੀਟਲ ਹੈ, ਦੇਸ਼ ਦੀ ਕੈਪੀਟਲ ਦੇ ਵਿੱਚ ਠੀਕ ਹੈ, ਚਾਹੇ ਉਸ ਵੇਲੇ ਦੀ ਗਵਰਨਮੈਂਟ ਨੇ ਸਭ ਤੋਂ ਪਹਿਲਾਂ ਤੇ ਸਟੇਟ ਨਹੀਂ ਬਣਨੀ ਚਾਹੀਦੀ। ਇਹ ਸਟੇਟ ਨਹੀਂ ਤੇ ਫਿਰ ਜਿਹੜਾ ਅਕਾਲੀ ਦਲ ਆ, ਜਿਹਦਾ ਸਟੈਂਡ ਹਮੇਸ਼ਾ ਫੈਡਰਲ ਸਟੈਂਡ ਰਿਹਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ। ਜੇ ਤੁਸੀਂ ਸੂਬਾ ਬਣਾਇਆ ਦਿੱਲੀ ਨੂੰ, ਤਾਂ ਦਿੱਲੀ ਨੂੰ ਅਧਿਕਾਰ ਵੀ ਦੇਣੇ ਪੈਣਗੇ, ਜਾਂ ਫਿਰ ਯੂਟੀ ਬਣਾ ਦਿਓ। ਨਹੀਂ, ਮੈਂ ਉਹ ਕਹਿਣਾ ਚਾਹਨਾ ਕਿ ਸੂਬਾ ਬਣਾਉਣਾ ਹੀ ਗਲਤ ਸੀ, ਤੇ ਜੇ ਸੂਬਾ ਬਣ ਗਿਆ ਹੈ ਤੇ ਠੀਕ ਹੈ ਕਿ ਉਹਨਾਂ ਨੂੰ ਖੁਰਾਕ ਦੇ ਲਈ ਵਰਤਣੀ ਚਾਹੀਦੀ। ਫੈਡਰਲਿਜ਼ਮ ਦੇ ਬਿਲਕੁਲ ਹੀ ਖਿਲਾਫ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਦਾ ਅਕਾਲੀ ਦਲ ਦਾ ਸਟੈਂਡ ਹੀ ਹੈ। ਮੈਂ ਫੈਡਰਲਿਜ਼ਮ ਦੇ ਖਿਲਾਫ ਨਹੀਂ, ਮੈਂ ਬਾਕੀ ਸਾਰੀਆਂ ਸਟੇਟ ਜਿਹੜੀਆਂ ਇੰਡੀਪੈਂਡੈਂਟ ਨੇ, ਕਿਉਂਕਿ ਦੇਸ਼ ਦੀ ਰਾਜਧਾਨੀ ਉੱਥੇ ਚੱਲਦੀ ਹੈ। ਮਨਦੀਪ ਜੀ, ਦੇਸ਼ ਦੀ ਰਾਜਧਾਨੀ ਦੇ ਵਿੱਚ ਜਦੋਂ 3 ਕਰੋੜ ਜਨਤਾ ਨੂੰ ਡੈਮੋਕ੍ਰੇਸੀ ਤੋਂ ਇਸ ਕਰਕੇ ਲਾਂਭੇ ਰੱਖਣਾ ਕਿ ਇਹ ਰਾਜਧਾਨੀ ਹੈ, ਇੱਥੇ ਅੰਬੈਸੀਆਂ, ਇੱਥੇ ਵਿਦੇਸ਼ੀ ਵੱਡੇ ਲੀਡਰ ਆਉਂਦੇ ਨੇ, ਇਸ ਕਰਕੇ ਇੱਥੋਂ ਦੀ ਸਰਕਾਰ ਨੂੰ ਜਾਂ ਇੱਥੇ ਸਰਕਾਰ ਨਹੀਂ ਹੋਣੀ ਚਾਹੀਦੀ। ਇਹ ਤਾਂ ਕੋਈ ਗੱਲ ਨਹੀਂ ਬਣਦੀ ਕਿ ਲੋਕ ਆਪਣੀ ਮਰਜ਼ੀ ਨਾਲ 2.5-3 ਕਰੋੜ ਲੋਕ ਆਪਣੀ ਮਰਜ਼ੀ ਨਾਲ ਸਰਕਾਰ ਹੀ ਨਾ ਚੁਣ ਸਕਣ। ਇਹ ਤਾਂ ਡੈਮੋਕ੍ਰੇਸੀ ਦੇ ਖਿਲਾਫ ਆ। ਮਤਲਬ ਜੀ ਹੈਗੀ ਤਾਂ ਯੂਟੀ ਹੈ ਜੀ, ਸਟੇਟ ਨਹੀਂ, ਇਹਨੂੰ ਸਟੇਟ ਨਹੀਂ ਕਹਿ ਸਕਦੇ। ਨਾਲ ਸਾਰੇ ਯੂਟੀ ਦੇ ਨਾਲ, ਯੂਟੀ ਇੱਕ ਛੋਟੇ ਸ਼ਹਿਰ ਯੂਟੀ ਹੋਣ, ਜਿਵੇਂ ਚੰਡੀਗੜ੍ਹ ਹੈ ਯੂਟੀ, ਹਾਲਾਂਕਿ ਇਹ ਵੀ ਯੂਟੀ ਧੱਕੇ ਨਾਲ ਰੱਖਿਆ ਹੈ, ਪੰਜਾਬ ਦੀ ਰਾਜਧਾਨੀ ਹੈ। ਜਾਂ ਚਲੋ ਨਿੱਕੇ ਨਿੱਕੇ ਜਿਹੜੇ ਸ਼ਹਿਰ ਹੈਗੇ ਆ, ਜਿਨ੍ਹਾਂ ਨੂੰ ਇਹਨਾਂ ਨੇ ਇੱਕ ਸ਼ਹਿਰ ਦੇ ਰੂਪ 'ਚ ਡਿਵੈਲਪ ਕੀਤਾ ਸੀ, ਉਹਨਾਂ ਨੂੰ ਯੂਟੀ ਬਣਾਇਆ, ਠੀਕ ਆ। ਅੰਡੇਮਾਨ ਨਿਕੋਬਾਰ ਆ, ਚਲੋ ਇੱਕ ਅਲੱਗ ਤਰ੍ਹਾਂ ਦੇ ਮਾਮਲੇ ਨੇ। ਲੇਕਿਨ ਦਿੱਲੀ ਵਰਗੀ ਜਿਹੜੀ ਜਗ੍ਹਾ ਹੈ ਜਿੱਥੇ ਕਿ ਕਰੋੜਾਂ ਦੀ ਵਸੋਂ ਹੈ, ਉਹਨਾਂ ਲੋਕਾਂ ਨੂੰ ਆਪਣੇ ਅਧਿਕਾਰਾਂ ਤੋਂ ਵਾਂਝੇ ਰੱਖਣਾ, ਜਿਹੜੇ ਕਿ ਜਮਹੂਰੀਅਤ ਦੇ ਵਿੱਚ ਅਧਿਕਾਰ ਨੇ, ਉਹ ਤਾਂ ਅਕਾਲੀ ਦਲ ਦਾ ਸਟੈਂਡ ਨਹੀਂ ਹੋਣਾ ਚਾਹੀਦਾ ਨਾ। ਗੱਲ ਹੈ ਜੀ, ਜਮਹੂਰੀਅਤ ਤਾਂ ਗੱਲ ਹੈ। ਅਨੰਦਪੁਰ ਦੇ ਮਤੇ ਵਿੱਚ ਸਾਫ਼ ਤੁਸੀਂ ਸਪਸ਼ਟ ਕੀਤਾ ਹੋਇਆ ਹੈ। ਆਪਣੀ ਨਹੀਂ, ਮੈਂ ਅਨੰਦਪੁਰ ਸਾਹਿਬ ਦੇ ਮਤੇ ਦੀ ਹੋਰ ਗੱਲ ਹੈ। ਅਸੀਂ ਜਿਹੜੀਆਂ ਇੰਡੀਪੈਂਡੈਂਟ ਸਟੇਟ ਨੇ ਉਹਨਾਂ ਨੂੰ ਮਜ਼ਬੂਤ ਔਰ ਹੋਰ ਅਧਿਕਾਰ ਦੇਣ ਦੇ ਹੱਕ ਦੇ ਵਿੱਚ ਆ, ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਦੇਸ਼ ਦੇ ਵਾਸਤੇ, ਦੇਸ਼ ਦੀ ਗਵਰਨਮੈਂਟ ਜਿਹੜੀ ਚੱਲਣ ਵਾਲੀ, ਉਹਦੇ ਵਾਸਤੇ ਛੋਟੀਆਂ ਗੱਲਾਂ ਕਰਕੇ ਜਿਹੜੀਆਂ ਰੁਕਾਵਟਾਂ ਪੈਦਾ ਹੋਣ। ਇਸ ਕਰਕੇ ਗੱਲ ਕਰਦੇ ਹਾਂ ਕਿ ਅੱਗੇ ਵੀ, ਕਿਉਂਕਿ
ਜਿਹੜਾ ਸਟੈਂਡ ਹੈ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਸਟੈਂਡ ਹੈ, ਇਸ ਸਟੈਂਡ ਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਕਿ ਇਹ ਤੁਹਾਡੀ ਲੜਾਈ ਜਿਹੜੀ ਹੈ, ਜਿਹੜੀ ਅਰਵਿੰਦ ਕੇਜਰੀਵਾਲ ਲੜ ਰਹੇ ਆ, ਇਹ ਨਿਰੋਲ ਸਿਆਸੀ ਲੜਾਈ ਲੜ ਰਹੇ ਨੇ? ਬਿਲਕੁਲ ਨਹੀਂ ਮਦਨਦੀਪ ਜੀ, ਮੈਂ ਖੁਦ ਹੈਰਾਨ ਹੋ ਗਿਆ। ਦੇਖੋ ਜੋਸ਼ਨ ਜੀ ਮੇਰੇ ਲਈ ਬੜੇ ਆਦਰਨੀय ਹੈ, ਪਰ ਜਿੱਦਾਂ ਇਹਨਾਂ ਨੇ ਕਿਹਾ ਕਿ ਦਿੱਲੀ ਨੂੰ ਤਾਂ ਸਟੇਟ ਬਣਾਉਣਾ ਹੀ ਨਹੀਂ ਸੀ ਚਾਹੀਦਾ, ਤਾਂ ਮੈਂ ਖੁਦ ਹੈਰਾਨ ਹੋ ਗਿਆ ਕਿ ਇਹ ਫੈਡਰਲਿਜ਼ਮ ਦੀ ਅਕਾਲੀ ਦਲ ਕਿਸੇ ਸਮੇਂ 'ਚ ਗੱਲ ਕਰਿਆ ਕਰਦਾ ਸੀ। ਅੱਜ ਉਹ ਇੰਨਾ ਕੁ ਮਤਲਬ ਹੈਲਪਲੈਸ ਹੋ ਚੁੱਕਿਆ ਕਿ ਬੀਜੇਪੀ ਦੀ ਹਰ ਗਲਤ ਕੰਮ ਨੂੰ ਵੀ ਉਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਸਾਡੇ ਨਾਲ ਕਿਤੇ ਸਮਝੌਤਾ ਹੋ ਜਾਏ। ਬਸ ਇਹਨਾਂ ਦੀ ਇੱਕੋ ਤਮੰਨਾ ਹੈ। ਤੁਸੀਂ ਇੱਕ ਚੀਜ਼ ਦੇਖੋ ਕਿ 3 ਕਰੋੜ ਦੇ ਕਰੀਬ ਦਿੱਲੀ ਦੀ ਆਬਾਦੀ ਹੋ ਚੁੱਕੀ ਹੈ। ਦਿੱਲੀ ਦੀ ਜਨਤਾ ਨੇ ਕਿੰਨਾ ਸੰਘਰਸ਼ ਕੀਤਾ ਕਿ ਸਾਨੂੰ ਜਿਹੜਾ ਸਟੇਟ ਦਾ, ਸਾਨੂੰ ਵੀ ਆਪਣੀ ਸਰਕਾਰ ਚੁਣਨ ਦਾ ਜਿਹੜਾ ਹੈ ਮੌਕਾ ਦਿਓ। ਔਰ ਉਸ ਟਾਈਮ ਜਦੋਂ ਦਿੱਲੀ ਦੇ ਵਿੱਚ ਦਿੱਲੀ ਦੀ ਸਰਕਾਰ ਚੁਣੀ ਹੈ ਤਾਂ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 239A ਐਡ ਕੀਤਾ ਗਿਆ ਸੀ, ਔਰ ਉਹਦੇ ਵਿੱਚ ਕਲੀਅਰ ਕੀਤਾ ਗਿਆ ਸੀ ਕਿ ਪੁਲਿਸ, ਪਬਲਿਕ ਆਰਡਰ ਔਰ ਲੈਂਡ, ਇਹ 3 ਚੀਜ਼ਾਂ ਜਿਹੜੀਆਂ ਐਲਜੀ ਦੇ ਰਾਹੀਂ ਸੈਂਟਰ ਕੋਲੇ ਰਹਿਣਗੀਆਂ, ਐਲਜੀ ਦੇ ਕੰਟਰੋਲ 'ਚ ਰਹਿਣਗੀਆਂ, ਔਰ ਬਾਕੀ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਦਿੱਲੀ ਦੀ ਸਰਕਾਰ ਚੁਣੀ ਹੋਈ ਸਰਕਾਰ ਚਲਾਏਗੀ। ਇਹਨਾਂ ਨੇ ਇਹ ਵੀ ਨਹੀਂ, ਮੈਂ ਹੈਰਾਨ ਹੋ ਗਿਆ, ਸਿੱਖਾਂ ਵਾਲੇ ਕਹਿੰਦੇ ਅਗਰ ਪਹਿਲਾਂ ਕੋਈ ਚੱਲਿਆ ਆ ਰਿਹਾ ਫਿਰ ਦੱਸੋ। ਬਿਲਕੁਲ 2015 ਦੇ ਵਿੱਚ ਜਦੋਂ 14 ਦੇ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ, ਸੰਦੀਪ ਜੀ ਦੀ ਸਰਕਾਰ ਆਰਡੀਨੈਂਸ ਪਾਸ ਕੀਤਾ ਸੀ, ਸਰਕਾਰ ਐਲਜੀ ਨੂੰ ਹੋਏਗਾ, ਉਹਦੇ ਖਿਲਾਫ 2015 ਦੇ ਵਿੱਚ ਦਿੱਲੀ ਦੀ ਸਰਕਾਰ ਹਾਈ ਕੋਰਟ ਦੇ ਵਿੱਚ ਗਈ ਸੀ। ਉਸ ਤੋਂ ਪਹਿਲਾਂ ਸਟੇਟ ਸਰਕਾਰ ਕੋਲੇ ਟ੍ਰਾਂਸਫਰ ਦੇ ਅਧਿਕਾਰ ਸੀਗੇ ਚੈੱਕ ਕਰਨਾ। ਉਸ ਤੋਂ ਬਾਅਦ ਉਹਦਾ ਫੈਸਲਾ ਜਿਹੜਾ ਹਾਈ ਕੋਰਟ ਨੇ ਅਪਹੈਲਡ ਕੀਤਾ ਤਾਂ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ। 2 ਜੱਜਿਸ ਦੇ ਬੈਂਚ ਯਾਨੀ ਡਿਵੀਜ਼ਨ ਬੈਂਚ ਕੋਲੇ ਗਿਆ। ਉਹਨਾਂ ਨੇ ਫਿਰ ਮੁਖਤਲਿਫ ਰਾਏ ਹੋਣ ਦੇ ਕਾਰਨ ਇਹਨੂੰ ਕਨਸਟੀਟਿਊਸ਼ਨ ਬੈਂਚ ਦੇ ਕੋਲੇ ਰੈਫਰ ਕੀਤਾ, ਜਿਹਦੀ ਅਧਿਕਸ਼ਤਾ ਸਾਡੇ ਚੀਫ ਜਸਟਿਸ ਆਫ ਇੰਡੀਆ ਨੇ ਕੀਤੀ। ਔਰ ਕਨਸਟੀਟਿਊਸ਼ਨ ਬੈਂਚ ਨੇ ਫਿਰ ਹੈਲਡ ਕੀਤਾ ਕਿ ਇਹਨਾਂ 3 ਸੈਕਟਰਸ ਨੂੰ ਛੱਡ ਕੇ ਟ੍ਰਾਂਸਫਰ ਦਾ ਐਡਮਿਨਿਸਟ੍ਰੇਸ਼ਨ ਦਾ ਅਧਿਕਾਰ ਦਿੱਲੀ ਦੀ ਚੁਣੀ ਹੋਈ ਰਾਜ ਸਰਕਾਰ ਕੋਲੇ ਹੈ। ਅਸੀਂ ਵੀ ਮੰਨਦੇ ਹਾਂ ਕਿ ਦਿੱਲੀ ਪੂਰਨ ਰਾਜ ਨਹੀਂ ਹੈ, ਇਸੇ ਲਈ ਤਾਂ ਜਿਹੜੇ ਸਭ ਤੋਂ 3 ਅਹਿਮ ਸੈਕਟਰ ਹੈ, ਪਬਲਿਕ ਆਰਡਰ, ਲੈਂਡ ਔਰ ਲਾਅ, ਪੁਲਿਸ, ਇਹ ਤਿੰਨੋਂ ਸੈਂਟਰ ਦੇ ਕੋਲੇ ਹੈ। ਅਸੀਂ ਕਦੋਂ ਕਿਹਾ ਵੀ 3 ਸਾਨੂੰ ਦੇ ਦਿਓ? ਔਰ ਅੱਗੇ ਜਾ ਕੇ ਸਵਾਲ ਇਸ ਗੱਲ ਦਾ ਹੈ ਕਿ ਇਸ ਚੀਜ਼ ਨੂੰ ਜਾ ਕੇ ਇੱਕ ਸਿਆਸੀ ਹਥਿਆਰ ਦੇ ਰੂਪ 'ਚ ਵਰਤਣਾ, ਕਿਉਂਕਿ ਇਹਨੂੰ ਜਿਹੜਾ ਨਿਤੀਸ਼ ਕੁਮਾਰ ਦੀ ਜਿਸ ਗੱਲ ਕਰੀਏ, ਨਿਤੀਸ਼ ਕੁਮਾਰ ਨੇ 12 ਜੂਨ ਨੂੰ ਇੱਕ ਮੀਟਿੰਗ ਬੁਲਾਈ ਹੋਈ ਹੈ, ਜਿਹੜੇ ਮੁੱਖ ਮੰਤਰੀ ਇਕੱਠੇ ਹੋ ਰਹੇ ਆ, ਮਮਤਾ ਬਨਰਜੀ ਨੇ, ਸ਼ਰਦ ਪਵਾਰ ਆ, ਉਧਵ ਠਾਕਰੇ ਜਿਹੜੇ ਕਿ ਮੁੱਖ ਮੰਤਰੀ ਨਹੀਂ ਪਰ ਇੱਕ ਪਾਵਰਫੁੱਲ, ਸ਼ਰਦ ਪਵਾਰ ਹੀ ਮੁੱਖ ਮੰਤਰੀ ਨਹੀਂ ਪਰ ਇੱਕ ਪਾਵਰਫੁੱਲ ਸ਼ਕਤੀ ਆ, ਸਿਆਸੀ ਸ਼ਕਤੀ ਆ, ਇਹ ਸਾਰੇ ਜਿਹੜੇ ਹੈ ਜਿਹਦੇ 'ਚ ਅਰਵਿੰਦ ਕੇਜਰੀਵਾਲ ਵੀ ਨੇ, ਇਹ ਸਾਰੇ ਇਕੱਠੇ ਹੋ ਰਹੇ ਆ। ਔਰ ਕਾਂਗਰਸ ਦੇ ਕੋਲੇ ਵੀ ਗਏ ਆ, ਕਾਂਗਰਸ ਨੂੰ ਵੀ ਅਪਰੋਚ ਕੀਤੀ ਗਈ ਹੈ ਕਿ ਸਾਡਾ ਸਮਰਥਨ ਕਰੋ। ਕਾਂਗਰਸ ਨੇ ਵੱਖਰੀ ਗੱਲ ਹੈ, ਹਾਲੇ ਇਹ ਕਿਹਾ ਕਿ ਅਸੀਂ ਆਪਣੀਆਂ ਇਕਾਈਆਂ ਨਾਲ ਸਾਰਿਆਂ ਨਾਲ ਉਹਨਾਂ ਨੂੰ ਵਿਸ਼ਵਾਸ 'ਚ ਲੈ ਕੇ ਅਸੀਂ ਦੱਸਾਂਗੇ ਕੀ ਕਰਨਾ ਆ। ਲੇਕਿਨ ਸਵਾਲ ਇਸ ਗੱਲ ਦਾ ਹੈ, ਕਾਂਗਰਸ ਦੇ ਕੋਲ ਤੁਹਾਨੂੰ ਪਤਾ ਰਾਜ ਸਭਾ 'ਚ ਕਾਂਗਰਸ ਤੋਂ ਬਗੈਰ ਤਾਂ ਗੱਲ ਬਣਨੀ ਨਹੀਂ, ਇਹ ਤੁਸੀਂ ਵੀ ਜਾਣਦੇ ਹੋ ਚੰਗੀ ਤਰ੍ਹਾਂ। ਬਿਲਕੁਲ। ਸਵਾਲ ਇਹ ਆ ਕਿ ਇਸ ਚੀਜ਼ ਨੂੰ ਇਸ ਰੂਪ 'ਚ ਉਭਾਰਨਾ ਔਰ ਕਾਂਗਰਸ ਨੂੰ ਜਾਣ ਬੁੱਝ ਕੇ ਫਸਾਉਣਾ, ਜਿਹੜੀ ਚਾਲ ਪਹਿਲਾਂ ਮਮਤਾ ਬਨਰਜੀ ਵੀ ਇਸ ਚਾਲ 'ਚ ਸੀ ਕਿ ਕਾਂਗਰਸ ਉਹਦੇ ਹਿਸਾਬ ਨਾਲ ਚੱਲੇ, ਲੇਕਿਨ ਕਾਂਗਰਸ ਨੇ ਮਮਤਾ ਬਨਰਜੀ ਨੂੰ ਥੋੜ੍ਹਾ ਜਿਹਾ ਸ਼ੀਸ਼ਾ ਦਿਖਾਇਆ ਹੋਇਆ ਸੀ ਪਹਿਲਾਂ। ਤੋ ਇਹ ਸਾਰੀ ਰਾਜਨੀਤੀ ਇਸ ਤਰ੍ਹਾਂ ਦੀ ਕਰਨੀ, ਔਰ ਮੈਂ ਹੈਰਾਨ ਆ ਕਿ ਜੇ ਮੰਨ ਲਓ ਤੁਸੀਂ ਜੇ ਆਰਡੀਨੈਂਸ ਦੇ ਉੱਤੇ ਜਿੰਨਾ ਜ਼ੋਰ ਲਾ ਰਹੇ ਹੋ, ਜਿਹੜੇ ਪਹਿਲਵਾਨ ਬੈਠੇ ਆ ਦਿੱਲੀ ਦੇ ਵਿੱਚ, ਜੇ ਤੁਸੀਂ ਸਾਰੇ ਰਲ ਮਿਲ ਕੇ ਜਾ ਕੇ ਰਾਸ਼ਟਰਪਤੀ ਨੂੰ ਮਿਲਦੇ, ਸਾਰੀਆਂ ਪਾਰਟੀਆਂ ਦੇ ਆਗੂ, ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਹੁੰਦੇ, ਮਮਤਾ ਬਨਰਜੀ ਹੁੰਦੇ, ਜਿਹਦੇ ਵਿੱਚ ਖੜਗੇ ਸਾਹਿਬ ਹੁੰਦੇ ਜਾਂ ਉਹਨਾਂ ਦੇ ਕੋਈ ਹੋਰ ਲੀਡਰ ਹੁੰਦੇ, ਇਸੇ ਤਰ੍ਹਾਂ ਨਿਤੀਸ਼ ਕੁਮਾਰ ਹੁੰਦੇ ਜਾਂ ਉਹਨਾਂ ਦਾ ਕੋਈ ਹੋਰ ਲੀਡਰ ਹੁੰਦਾ, ਜੇ ਸਾਰੇ ਰਲ ਮਿਲ ਕੇ ਜਾ ਕੇ ਰਾਸ਼ਟਰਪਤੀ ਨੂੰ ਜਾ ਕੇ ਮਿਲਦੇ, ਮੈਮੋਰੰਡਮ ਦਿੰਦੇ, ਮੰਗ ਪੱਤਰ ਦਿੰਦੇ ਕਿ ਇਹਨਾਂ ਨਾਲ ਇਨਸਾਫ ਹੋਵੇ, ਤਾਂ ਮੇਰਾ ਖਿਆਲ ਹੈ ਕਿ ਸ਼ਾਇਦ ਅੱਧੀ ਲੜਾਈ ਉਦੋਂ ਜਿੱਤ ਜਾਂਦੀਆਂ ਉਹ। ਤੋ ਇਹ ਤੁਸੀਂ ਸਾਰੀ ਰਾਜਨੀਤੀ ਜਿਹੜੀ ਹੈਗੀ ਹੈ ਉਹਨੂੰ ਤੁਸੀਂ ਆਰਡੀਨੈਂਸ ਦੇ ਕੇਂਦਰਿਤ ਕੀਤਾ ਹੋਇਆ ਹੈ, ਇਹ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹੋ? ਮਦਨਦੀਪ ਜੀ, ਇਹ ਕੱਲਾ ਆਰਡੀਨੈਂਸ ਨਹੀਂ ਹੈ। ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹ ਰਿਹਾ ਕਿ ਇਹ ਰਾਜਨੀਤਿਕ ਲੜਾਈ ਨਹੀਂ ਹੈ, ਇਹ ਲੋਕਤੰਤਰ ਦੀ ਵੀ ਲੜਾਈ ਹੈ। ਅਗਰ ਤਾਂ ਸਾਡੀ ਦਿੱਲੀ ਦੀ ਸਰਕਾਰ, ਮੰਨ ਲਓ ਕੇਜਰੀਵਾਲ ਜੀ ਦੀ ਕੁਰਸੀ ਖਤਰੇ 'ਚ ਹੁੰਦੀ, ਅਸੀਂ ਉਦੋਂ ਇਹ ਗੱਲ ਕਰ ਰਹੇ ਹੁੰਦੇ, ਫਿਰ ਤਾਂ ਇਹ ਗੱਲ ਕਾਂਗਰਸ ਜਾਂ ਕੋਈ ਹੋਰ ਕਹਿੰਦੇ ਵੀ ਇਹ ਕੇਜਰੀਵਾਲ ਜੀ ਦੀ ਲੜਾਈ ਆ ਜਾਂ ਸੱਤਾ ਦੀ ਲੜਾਈ ਹੈ। ਇਹ ਲੜਾਈ ਹੈ ਲੋਕਤੰਤਰ ਨੂੰ ਬਚਾਉਣ ਦੀ, ਇਹ ਲੜਾਈ ਹੈ ਗਣਤੰਤਰ ਨੂੰ ਬਚਾਉਣ ਦੀ, ਇਹ ਲੜਾਈ ਹੈ ਸੁਪਰੀਮ ਕੋਰਟ ਦੇ ਫੈਸਲੇ ਦੀ ਮਾਨ ਨੂੰ ਰੱਖਣ ਦੀ, ਸੁਪਰੀਮ ਕੋਰਟ ਦੇ ਫੈਸਲੇ ਦਾ ਮਾਨ ਰੱਖਣ ਦੀ। ਇਹ ਲੜਾਈ ਹੈ ਕਿ ਸੰਵਿਧਾਨ ਦੀ ਵਿਆਖਿਆ ਸੁਪਰੀਮ ਕੋਰਟ ਕਰੇਗੀ, ਨਾ ਕਿ ਕੇਂਦਰ ਦੇ ਬੀਜੇਪੀ ਦੇ ਲੀਡਰ। ਇਹ ਅਗਰ ਤੁਸੀਂ ਇੱਕ ਚੀਜ਼ ਦੇਖੋ ਮਦਨਦੀਪ ਜੀ, ਕਿਆ ਦਿੱਲੀ ਸਰਕਾਰ ਨੂੰ ਅੱਜ ਕੋਈ ਖਤਰਾ ਪੈਦਾ ਹੋਇਆ ਵੈ?
ਕੇਜਰੀਵਾਲ ਜੀ ਦੀ ਸਰਕਾਰ ਨੂੰ ਕਿ ਸਰਕਾਰ ਟੁੱਟ ਜੂਗੀ, ਫਿਰ ਤਾਂ ਤੁਸੀਂ ਅਸੀਂ ਖੇਲ ਖੇਲ ਰਹੇ ਹਾਂ। ਦੂਸਰੀ ਚੀਜ਼ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ, ਸਰਕਾਰ ਦੇ ਕੋਲ ਪੱਲੇ ਕੁਛ ਨਹੀਂ, ਕੋਈ ਸ਼ਕਤੀ ਹੈ ਨਹੀਂ, ਤੇ ਫਿਰ ਟੁੱਟੇ ਜਾਂ ਬਣੀ ਰਵੇ ਸਰਕਾਰ ਦਾ ਫਾਇਦਾ ਕੀ? ਮਦਨਦੀਪ ਜੀ ਫਿਰ ਤੇ ਦਿੱਲੀ ਦੀ ਜਨਤਾ ਦਾ ਅਪਮਾਨ ਹੈ, ਦਿੱਲੀ ਦੀ ਜਨਤਾ ਦੇ ਨਾਲ ਸਰਾਸਰ ਧੋਖਾ ਫਿਰਦਾ ਹੈ। ਫਿਰ ਤੁਸੀਂ ਡਿਊਟੀ ਬਣਾਓ, ਤੁਸੀਂ ਤੋੜ ਦਿਓ, ਫਿਰ ਐਦਾਂ ਦੇ ਡਰਾਮੇ ਕਿਉਂ? ਫਿਰ ਇਹ ਤਾਂ ਕਲੀਅਰ ਕੱਟ ਲੜਾਈ ਕੇਂਦਰ ਦੇ ਨਾਲ ਲੋਕਤੰਤਰ ਦੀ ਲੜਾਈ ਹੈ। ਕੇਂਦਰ ਸਰਕਾਰ ਲਗਾਤਾਰ ਲੋਕਤੰਤਰ ਨੂੰ ਖਤਮ ਕਰਕੇ ਫਾਸੀਵਾਦੀ ਸਰਕਾਰ ਬਣਨਾ ਚਾਹੁੰਦੀ ਹੈ, ਅਸੀਂ ਉਹ ਲੜਾਈ ਲੜ ਰਹੇ ਹਾਂ। ਔਰ ਮੈਨੂੰ ਇੱਕ ਚੀਜ਼ ਹੋਰ ਦੱਸੋ ਮਦਨਦੀਪ ਜੀ, ਆਪਾਂ ਤੁਸੀਂ ਰਾਸ਼ਟਰਪਤੀ ਜੀ ਦੀ ਗੱਲ ਕੀਤੀ ਹੈ, ਇੱਕ ਖਬਰ ਆਈ ਸੀ ਕਿ ਰਾਸ਼ਟਰਪਤੀ ਜੀ ਦੀਆਂ ਫਾਈਲਾਂ ਵੀ ਕੇਂਦਰ ਪ੍ਰਾਈਮ ਮਿਨਿਸਟਰ ਆਫਿਸ ਤੋਂ ਹੋ ਕੇ ਜਾਂਦੀਆਂ ਚੈੱਕ ਹੋ ਕੇ। ਉਹ ਤੀਸਰੀ ਚੀਜ਼, ਹੁਣ ਪਾਰਲੀਮੈਂਟ ਦਾ ਉਦਘਾਟਨ ਹੋਇਆ, ਰਾਸ਼ਟਰਪਤੀ ਜੀ ਸੁਪਰੀਮ ਹੈਡ ਹੈ ਪਾਰਲੀਮੈਂਟ ਦੇ, ਨੰਬਰ 1 ਤੇ ਰਾਸ਼ਟਰਪਤੀ ਦਾ ਨਾਮ ਆਉਂਦਾ। ਆਰਟੀਕਲ 79 ਕਨਸਟੀਟਿਊਸ਼ਨ ਦਾ ਪੜ੍ਹ ਲਓ ਕਿ ਪਾਰਲੀਮੈਂਟ ਜਿਹੜੀ ਹੈ 3 ਪਾਰਟ ਨਾਲ ਕੰਸਿਸਟ ਹੁੰਦੀ ਹੈ, ਰਾਸ਼ਟਰਪਤੀ ਜੀ, ਸਟੇਟ ਆਫ ਕਾਉਂਸਲ ਆਫ ਸਟੇਟ, ਸੌਰੀ, ਜਿਹਨੂੰ ਆਪਾਂ ਰਾਜ ਸਭਾ ਕਹਿ ਦਿੰਦੇ ਆ, ਲੋਕ ਸਭਾ। ਰਾਸ਼ਟਰਪਤੀ ਜੀ ਕਿੱਥੇ ਸੀ ਉੱਥੇ? ਉਹ ਵਿਚਾਰੇ ਆਪਣੀ ਤਾਂ ਲੜਾਈ ਲੜ ਨਹੀਂ ਪਾ ਰਹੇ, ਇੰਨੇ ਇਹਨਾਂ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕੇਂਦਰ ਸਰਕਾਰ ਦੀ ਪ੍ਰਾਈਮ ਮਿਨਿਸਟਰ ਦੀ ਸਿਰਫ ਚੱਲ ਰਹੀ ਹੈ ਸਿਸਟਮ। ਪੰਜਵੀਂ ਚੀਜ਼, ਮੈਨੂੰ ਇੱਕ ਚੀਜ਼ ਦੱਸੋ ਮਦਨਦੀਪ ਜੀ, ਮੰਨ ਲਓ ਅਸੀਂ ਇਹ ਜਿਹੜਾ ਅੱਜ ਆਰਡੀਨੈਂਸ ਦੀ ਗੱਲ ਕਰ ਰਹੇ ਹਾਂ, ਇਹਦੇ ਸਮਰਥਨ ਦੇ ਵਿੱਚ ਮਮਤਾ ਜੀ ਵੀ ਆ ਗਏ, ਕੇਸੀਆਰ ਜੀ ਵੀ ਆ ਗਏ, ਠਾਕਰੇ ਜੀ ਵੀ ਆ ਗਏ, ਐਨਸੀਪੀ ਵੀ ਆ ਗਈ, CPIM ਵੀ ਆ ਗਈ। क्या ये लोग राजनीतिक तौर पर परिपक्व नहीं है? क्या इन्होंने राजनीति की समझ नहीं है? क्या लोग इन्होंने राजनीति बारे नहीं पता? ये सोचने वाली गल है मदनदीप जी। ठीक है, ठीक है। अशोक श्रीन जी जेड़े जी 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 मैं सिर्फ 1 मिनट लेना चाहूंगा अगर ਤੁਹਾਡੀ ਆਵਾਜ਼ ਕਰੈਕ ਹੋ ਰਹੀ ਹੈ ਫਾਸੀ ਜੀ, ਆਵਾਜ਼ ਨਹੀਂ ਆ ਰਹੀ। ਮੈਂ ਦੁਬਾਰਾ ਲਿੰਕ ਟਰਾਈ ਕਰਦਾ ਸਰ। ਅਸ਼ੋਕ ਸ਼ਰੀਨ ਜੀ, ਜੇ ਤੁਸੀਂ ਦਿੱਲੀ ਦੇ ਵਿੱਚ ਸਰਕਾਰ ਨੂੰ ਚੱਲਣ ਨਹੀਂ ਦੇਣਾ ਤੇ ਸਰਕਾਰ ਤੋੜ ਕੇ ਤੁਸੀਂ ਯੂਟੀ ਕਿਉਂ ਨਹੀਂ ਬਣਾ ਦਿੰਦੇ? ਦੇਖੋ ਮਦਨਦੀਪ ਜੀ, ਜੰਮੂ ਕਸ਼ਮੀਰ ਨੂੰ ਤਾਂ ਕੀਤਾ ਹੀ ਹੈ। ਜੇ ਇਹਨਾਂ ਦੇ 62 MLA ਉੱਥੇ ਜਿੱਤੇ ਹੈ ਤੇ ਉੱਥੇ ਜਿਹੜੇ 7 MP ਜਿੱਤੇ ਆ ਉਹ ਵੀ ਤਾਂ ਦਿੱਲੀ ਦੇ ਲੋਕਾਂ ਦੇ ਹੀ ਜਿੱਤੇ ਆ, ਉਹਨਾਂ ਹੀ ਵੋਟਾਂ ਨਾਲ ਜਿੱਤੇ ਆ। ਇਹਨਾਂ ਦਾ ਵੋਟਾਂ ਦਾ ਅਧਿਕਾਰ ਜ਼ਿਆਦਾ ਹੈ, ਉਹਨਾਂ ਦਾ ਘੱਟ ਹੈ। ਕਿਆ ਉਹਨਾਂ ਦੇ ਉਹ ਇਹ ਜਿਹੜੇ ਇੱਕੋ ਹੀ ਗੱਲ ਕਰਦੇ ਆ ਜੀ, ਲੋਕਤੰਤਰ ਦੀ ਹੱਤਿਆ, ਉਹ ਵੀ ਲੋਕਾਂ ਦੇ ਹੀ ਚੁਣੇ ਆ ਜੀ। ਔਰ ਜਿਹੜੀਆਂ ਗੱਲਾਂ ਕਰਦੇ ਆ ਟ੍ਰਾਂਸਫਰਸ ਦੀਆਂ, ਦੇਖੋ ਟ੍ਰਾਂਸਫਰ ਦੇ ਆਰਡੀਨੈਂਸ ਕੀ ਪਤਾ ਜਦੋਂ ਹੋਇਆ, ਤੁਸੀਂ ਦੇਖੋ ਨਾਲ ਹੀ ਜਿਹੜਾ ਸ਼ਰਾਬ ਘੁਟਾਲੇ ਦੇ ਜਿਹੜੇ ਘੁਟਾਲਿਆਂ ਦੀ ਜਾਂਚ ਕਰਨ ਵਾਲੇ ਅਧਿਕਾਰੀ ਸੀ, ਉਹਨਾਂ ਦੀ ਤਰਲੋ ਮੱਛੀ ਕਰਾਤਾ ਇਹਨਾਂ ਨੇ। ਜਿਹੜੇ ਕਿੰਨੇ ਬੰਦੇ ਇਹਨਾਂ ਦੇ ਸੀਗੇ ਬੰਦੇ ਜਿਨ੍ਹਾਂ ਨੇ ਇਹ ਕੀਤਾ, ਇੱਕ ਲੇਡੀ IAS ਸੀਗੀ, ਇੱਕ ਕਿਰਨ ਸਿੰਘ ਸੀਗੇ, ਇੱਕ ਸੁਰਵੀਰ ਸਿੰਘ ਸੀਗੇ, ਇਹ ਜੇ IAS ਅਫਸਰ ਸੀਨੀਅਰਸ ਜਣੇ ਹੈ, ਉਹਨਾਂ ਤੇ ਨਾਲ ਹੀ ਡੰਡਾ ਚਲਾਉਣਾ ਸ਼ੁਰੂ ਕਰਤਾ। ਔਰ ਦੇਖੋ ਭਾਰਤੀ ਜਨਤਾ ਪਾਰਟੀ ਕਿਸੇ ਵੀ ਪ੍ਰਕਾਰ ਨਾਲ ਕਿਸੇ ਦਾ ਵੀ ਅਧਿਕਾਰ ਨਾ ਲੈਣਾ ਚਾਹੁੰਦੀ ਹੈ। ਦਿੱਲੀ ਪੀਸਫੁਲ ਸਿਟੀ ਰਵੇ, ਦਿੱਲੀ ਦਾ ਲਾਅ ਐਂਡ ਆਰਡਰ ਮੇਨਟੇਨ ਰਵੇ ਦਿੱਲੀ ਦੇ ਅੰਦਰ। ਦਿੱਲੀ ਕਿਉਂਕਿ ਠੀਕ ਹੈ ਸਰਕਾਰ ਇਹਨਾਂ ਦੀ ਹੈ, ਪਰ ਜਿੱਥੇ ਇਹਨਾਂ ਦੀ ਵੀ ਸ਼ਾਨ ਦਾ ਸਵਾਲ ਹੈ, ਦਿੱਲੀ ਪੂਰੇ ਦੇਸ਼ ਦੀ ਸ਼ਾਨ ਦਾ ਸਵਾਲ ਹੈ। ਔਰ ਅਸੀਂ ਇਹਨਾਂ ਨੂੰ ਕਿਤੇ ਰੋਕਦੇ ਨਹੀਂ। ਅਸ਼ੋਕ ਸ਼ਰੀਨ ਜੀ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕਰ ਰਹੇ ਹੋ, ਦਿੱਲੀ ਦੇ ਲਾਅ ਐਂਡ ਆਰਡਰ ਦੀ ਜਿਹੜਾ ਗ੍ਰਾਫ ਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿੱਥੇ ਆ। ਔਰ ਦਿੱਲੀ ਦੀ ਪੁਲਿਸ ਤੁਹਾਡੇ ਕੋਲ ਆ, ਤੁਹਾਡੀ ਸਰਕਾਰ ਕੋਲ ਆ, ਕੇਂਦਰ ਕੋਲ ਆ। ਤਾਂ ਇਹ ਗੱਲਾਂ ਤਾਂ ਐਵੇਂ ਮਤਲਬ ਆਪਾਂ ਹਵਾ 'ਚ ਚਲਾ ਰਹੇ ਆ। ਇਹ ਲਾਅ ਐਂਡ ਆਰਡਰ ਦਾ ਮਾਮਲਾ ਹੋਵੇ, ਕੁਛ ਹੋਵੇ, ਉਹ ਤਾਂ ਹੈ ਵੀ ਤੁਹਾਡੇ ਕੋਲ। ਵੈਸੇ ਪੁਲਿਸ ਤੁਹਾਡੇ ਕੋਲ ਆ, ਕੇਂਦਰ ਦੇ ਕੋਲ ਆ ਪੁਲਿਸ, ਠੀਕ ਹੈ, ਗ੍ਰਹਿ ਮੰਤਰਾਲੇ ਕੋਲ ਆ। ਔਰ ਬਾਕੀ ਜਿਹੜਾ ਲੈਂਡ ਹੈ ਉਹ ਵੀ ਗ੍ਰਹਿ ਮੰਤਰਾਲੇ ਕੋਲ ਆ। ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਲੋਕਲ ਐਡਮ ਨੂੰ ਤਾਂ ਚਲਾਉਣ ਦਿਓ ਨਾ ਤੁਸੀਂ ਸਰਕਾਰ ਨੂੰ। ਉਹਦੇ 'ਚ ਕੀ ਖਤਰਾ ਆ ਦੱਸੋ? ਕਿਸੇ SDO ਦੀ ਬਦਲੀ ਕਰਨ 'ਚ ਕੀ ਖਤਰਾ ਆ? ਉਹਨੇ ਚੀਫ ਸੈਕਟਰੀ ਕਿਹਨੂੰ ਰੱਖਣਾ ਕਿਹਨੂੰ ਨਹੀਂ ਰੱਖਣਾ, ਇਹ ਉਹਦੀ ਮਰਜ਼ੀ ਹੋਣੀ ਚਾਹੀਦੀ ਸਰਕਾਰ ਦੀ, ਠੀਕ ਆ। ਉਹਦੇ 'ਚ ਕੀ ਖਤਰਾ ਆ ਦੱਸੋ ਤੁਸੀਂ ਕੇਂਦਰ ਨੂੰ? ਦੇਖੋ ਕਿਸੇ ਨੂੰ ਕੋਈ ਨਹੀਂ ਰੋਕ ਰਿਹਾ ਜੀ ਮਦਨ ਜੀ। ਇਹਨਾਂ ਨੂੰ ਤਾਂ ਹੱਲੇ ਤਾਂ ਆਰਡਰ ਵੀ ਨਹੀਂ ਪਹੁੰਚੇ ਸੀ। ਪੈਂਦੇ ਸੱਟੇ ਇਹਨਾਂ ਨੇ ਸ਼ਰਾਬ ਘੁਟਾਲੇ ਵਾਲੇ ਜਿਹੜੇ ਘੁਟਾਲਿਆਂ ਦੀ ਜਾਂਚ ਕਰ ਰਹੇ ਸੀ, ਉਹਨਾਂ ਤੇ ਕਿਉਂ ਅਟੈਕ ਕੀਤਾ? ਇਹ ਜੀਆਂ ਗੱਲਾਂ ਕਰਕੇ ਇਹ ਬਚ ਨਹੀਂ ਸਕਦੇ। ਔਰ ਸਰਕਾਰ ਜਿਹੜੇ ਦਿੱਲੀ ਸਰਕਾਰ ਨੇ ਅਫਸਰ ਰੱਖੇ ਹੋਏ ਆ ਉਹ ਤਾਂ ਅਗਲੇ ਨੇ ਬਦਲਣੀ ਹੈ ਨਾ। ਦਿੱਲੀ ਸਰਕਾਰ ਦੇ ਜਿਹੜੇ ਕੇਂਦਰ ਦੇ ਸਰਕਾਰ ਦੇ ਅਫਸਰ ਤਾਂ ਉਹਨਾਂ ਨੇ ਬਦਲਣੇ ਹੈ ਨਾ, ਜਿਹੜੇ ਕੇਂਦਰ ਦੇ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੇ ਸੀ। ਅਫਸਰ ਦੇ ਕੈਬਨ ਦੇ ਵਿੱਚੋਂ ਜਿਹੜਾ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਿਹਾ, ਜਿੱਥੇ ਉਹ ਸਾਰਾ ਰਿਕਾਰਡ ਪਿਆ, ਵੀਡੀਓਜ਼ ਵਾਇਰਲ ਹੋ ਰਹੀਆਂ, ਉਹਦੇ ਦਫ਼ਤਰ ਦੇ ਵਿੱਚ ਜਾਣ ਦੀ ਕੀ ਲੋੜ ਹੈ?
ਸਰ ਗੱਲ ਇਹ ਆ ਉਹ ਟਾਈਮ ਗੱਲ ਇਹ ਆ ਵੀ ਜਿਹੜੇ ਦਿੱਲੀ ਸਰਕਾਰ ਦੇ ਅਧੀਨ ਦਫ਼ਤਰ ਹੈਗੇ ਆ ਉਹਨਾਂ 'ਚ ਕੋਈ ਜਾਵੇ ਨਾ ਜਾਵੇ, ਫਾਈਲਾਂ ਮੁੱਖ ਮੰਤਰੀ ਕੋਲ ਜਾਣ, ਅਫਸਰ ਕੋਲੇ ਜਾਣ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਨੂੰ ਇਜਾਜ਼ਤ ਹੋਵੇ ਕਿ ਜਿਹੜੇ ਭ੍ਰਸ਼ਟਾਚਾਰੀ ਹੈ, ਜਿਹੜੇ ਜਿੱਥੇ ਵੀ ਜਾਂਚ ਚੱਲ ਰਹੀ ਹੈ, ਜੇ ਸਾਂਝ ਕੋ ਆਂਚ ਕਾਏਗੀ ਜੀ, ਜੇ ਸੱਚੇ ਹੈ ਤੇ ਫਿਰ ਇਹਦਾ ਸਾਹਮਣਾ ਕਰਨ। ਇਹ ਤਾਂ ਸਿਰਫ ਪਹਿਲਾਂ ਕਹਿੰਦੇ ਸੀਗੇ ਜੀ ਇਹਨਾਂ ਕੋਲ ਕੋਈ ਸਬੂਤ ਨਹੀਂ ਹੈ ਜੀ, ਇਹਨਾਂ ਦਾ ਕੋਈ ਕੁਝ ਨਹੀਂ ਹੈ। ਇਹ ਤਾਂ ਪੰਜਾਬ ਜੋਸਫ ਸਾਹਿਬ ਜਿਹੜੀਆਂ ਇਹ ਗੱਲਾਂ ਕਰ ਰਹੇ ਆ ਸਰੀਨ ਸਾਹਿਬ, ਜਿਹੜੀਆਂ ਗੱਲਾਂ ਸਰੀਨ ਸਾਹਿਬ ਜੋਸਫ ਸਾਹਿਬ ਕਰ ਰਹੇ ਆ, ਇਹ ਕੀ ਗੱਲਾਂ ਜਾਇਜ਼ ਨੇ? ਕਿਉਂਕਿ ਮੇਰੇ ਕੋਲ ਸਿਰਫ 2 ਮਿੰਟ ਬਚੇ ਆ, 1 ਮਿੰਟ ਤੁਸੀਂ ਲੈ ਲਓ, ਸਿੱਖਾ ਮਰਜ਼ੀ ਲੈ ਲੈਂਦੇ ਆ। ਇਹ ਗੱਲਾਂ ਜਾਇਜ਼ ਆ ਕਿ ਕੋਈ ਸਰਕਾਰ ਚੁਣੀ ਹੋਈ ਕਿਸ ਤਰੀਕੇ ਨਾਲ ਕੰਮ ਕਰੇ, ਇਹ ਤਰੀਕਾਕਾਰ ਜਿਹੜਾ ਹੈ ਉਹ ਤੈਅ ਕਰੇਗੀ ਕੇਂਦਰ ਸਰਕਾਰ। ਜੋਸਫ ਸਾਹਿਬ ਆਵਾਜ਼ ਨਹੀਂ ਆ ਰਹੀ। ਬਦਲ ਰਹੇ ਹੋ ਮਦਨ ਜੀ, ਮੈਂ ਕਹਿੰਦਾ ਕਿ ਇਹ ਹਦਾਇਤਾਂ ਜਾਰੀ ਕੀਤੀਆਂ ਨੇ, ਉਹ ਹਦਾਇਤਾਂ ਤਾਂ ਕਰਨੀਆਂ ਨੇ ਤਾਂ ਫਿਰ ਗਵਰਨਮੈਂਟ ਨੂੰ ਉਂਝ ਹੀ ਖਤਮ ਕਰ ਦਿਓ। ਤੇ ਜੇ ਗਵਰਨਮੈਂਟ ਹੈ ਤਾਂ ਠੀਕ ਹੈ ਕਿ ਸੁਪਰੀਮ ਕੋਰਟ ਨੇ ਜੋ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਤੇ ਸਾਨੂੰ ਸੁਪਰੀਮ ਕੋਰਟ ਦੀ ਜੋ ਉਹਨਾਂ ਦੀ ਸਹੀ ਮਾਇਨੇ ਦੇ ਵਿੱਚ ਉਹਨਾਂ ਦੀ ਜੋ ਡਿਸੀਜਨ ਦੀ ਇੱਜ਼ਤ ਕਰਨੀ ਚਾਹੀਦੀ, ਇਹਨੂੰ ਲੈ ਕੇ ਨਹੀਂ ਜਾਣਾ ਚਾਹੀਦਾ। ਲੋਕ ਸਭਾ ਚ ਆਰਡੀਨੈਂਸ ਨਹੀਂ ਕਰਨਾ ਚਾਹੀਦਾ ਸੀ, ਇਹਨੂੰ ਰਾਜ ਸਭਾ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ, ਦੇਸ਼ ਦਾ ਕਾਨੂੰਨ ਨਹੀਂ ਬਣਾਉਣਾ ਚਾਹੀਦਾ। ਉਹ ਤਰੀਕੇ ਨਾਲ ਹੋਰ ਵੇ ਆਊਟ ਕਰ ਲੈਂਦੇ। ਇਸ ਤਰੀਕੇ ਦੇ ਨਾਲ ਤਾਂ ਡੈਮੋਕ੍ਰੇਸੀ ਦਾ ਸਹੀ ਮਾਇਨੇ ਦੇ ਵਿੱਚ ਮੈਂ ਸਮਝਣਾ ਤਰੀਕਾ ਇਹਦੇ ਚ ਵਰਤਣ ਦੀ ਲੋੜ ਹੀ ਨਹੀਂ ਸੀ। ਗੱਲ ਇਹ ਆ ਸਿੱਖਾਂ ਵਾਲੀ ਜੀ, ਮੈਂ ਤੁਹਾਡੇ ਕੋਲ ਆਉਂਗਾ ਕਿਉਂਕਿ ਹੁਣ ਸਮਾਂ ਸਮਾਪਤ ਹੋ ਗਿਆ, ਫਿਰ ਪਾਸੀ ਜੀ ਨੂੰ ਜਵਾਬ ਦੇਣਾ। ਸਿੰਪਲ ਮਾਮਲਾ ਹੈ ਕਿ ਆਰਡੀਨੈਂਸ ਜਿਹੜਾ ਆਪਣਾ ਸੁਪਰੀਮ ਕੋਰਟ ਦਾ ਫੈਸਲਾ ਸੀ ਉਹਨੂੰ ਚੱਲਣ ਦਿੰਦੇ ਔਰ ਆਰਾਮ ਨਾਲ, ਕਿਉਂਕਿ ਇਹਨਾਂ ਕੋਲੇ ਪੁਲਿਸ ਤਾਂ ਕੇਜਰੀਵਾਲ ਸਾਹਿਬ ਦੇ ਅੰਡਰ ਹੈ ਨਹੀਂ ਸੀ, ਠੀਕ ਆ। ਪੁਲਿਸ ਨੇ ਉੱਥੇ ਜਿਹੜਾ ਕੰਮ ਦੇਖਣਾ ਹੈ, ਜੇ ਕਿਸੇ ਦੀ ਸੁਰੱਖਿਆ ਦਾ ਮਾਮਲਾ ਹੈ, ਜਦੋਂ ਕੋਈ ਵਿਦੇਸ਼ ਚੋਂ ਆਉਂਦਾ ਤਾਂ ਪੁਲਿਸ ਦਾ ਮਾਮਲਾ ਉਹ, ਤਾਂ ਇਹਦੇ 'ਚ ਕੀ ਹੱਲ ਸੀ? ਜੀ ਮੈਂ ਤਾਂ ਇੱਕ ਗੱਲ ਸਿੰਪਲ ਹੈ, 2-3 ਗੱਲਾਂ ਹੀ ਆ ਸੋਚਣ ਵਾਲੀਆਂ। ਇਹ ਜ਼ਿਆਦਾ ਸਮਾਂ ਨਹੀਂ ਹੈ। ਸਿੱਖਿਆ ਦਾ ਮਾਡਲ ਪ੍ਰਚਾਰਿਆ ਗਿਆ ਬਹੁਤ, ਪੂਰੇ ਦੇਸ਼ ਦੇ ਵਿੱਚ ਸਿੱਖਿਆ ਦਾ ਮਾਡਲ ਪ੍ਰਚਾਰਿਆ ਗਿਆ। ਫਿਰ ਉਸ ਤੋਂ ਬਾਅਦ ਸਿਹਤ ਦਾ ਮਾਡਲ ਪ੍ਰਚਾਰਿਆ ਗਿਆ, ਦਿੱਲੀ ਮਾਡਲ। ਉਹ ਵੱਖਰੇ ਮਾਮਲੇ ਆ, ਉਹ ਸਿਆਸੀ ਮਾਮਲੇ। ਮੇਰੀ ਗੱਲ ਪੂਰੀ ਹੋਣ ਦਿਓ ਜੀ। ਫਿਰ ਬਿਜਲੀ ਦਾ ਮਾਡਲ ਵੀ ਅਸੀਂ ਬਿਜਲੀ ਦਾ ਆਡਿਟ ਕਰਾਤਾ, ਬਿਜਲੀ ਫ੍ਰੀ ਕਰਾਤੀ ਲੋਕਾਂ ਨੂੰ। ਪਾਣੀ ਦਾ ਮਾਡਲ ਪ੍ਰਚਾਰਿਆ ਗਿਆ। ਫਿਰ ਇਹ ਪ੍ਰਚਾਰ ਕੀਤਾ ਗਿਆ 2000 ਕਰੋੜ ਦਾ ਪੁਲ ਬਣਨਾ ਸੀ ਤੇ ਅਸੀਂ 200 ਕਰੋੜ ਦਾ ਬਣਾਤਾ, ਉਹਦੇ ਵੱਡੇ। ਫਿਰ ਐਡਵਰਟਾਈਜ਼ਮੈਂਟ, ਉਹ ਸਾਰੀਆਂ ਪਾਵਰਾਂ ਕਿੱਥੋਂ ਆਈਆਂ ਸੀ ਕੇਜਰੀਵਾਲ ਕੋਲੇ? ਉਦੋਂ ਕਿਹੜਾ ਆਰਡੀਨੈਂਸ ਸੀ? ਉਹ ਸਾਰੀਆਂ ਪਾਵਰਾਂ ਤਾਂ ਆ ਗਈਆਂ। ਹੁਣ ਕਿਹੜੀ ਗੱਲ ਦਾ ਡਰਾਮਾ ਕਰਦਾ, ਮੈਨੂੰ ਸਮਝ ਨਹੀਂ ਆਉਂਦੀ। ਪਾਸੇ ਜੀ ਸਮਾਂ ਨਹੀਂ ਬਚਿਆ, ਸਿੱਖਾਂ ਵਾਲੀ ਸਮਾਂ ਨਹੀਂ ਬਚਿਆ। ਪਲੀਜ਼ ਪਾਸੇ ਜੀ ਸਮਾਂ ਨਹੀਂ ਬਹੁਤਾ ਹੈਗਾ, ਤੁਸੀਂ ਸਿਰਫ 2-3 ਸੈਕਿੰਡ 'ਚ ਗੱਲ ਕਰ ਸਕਦੇ ਹੋ ਤਾਂ ਜ਼ਰੂਰ ਕਰੋ। ਦੇਖੋ, ਮੈਂ ਤਾਂ ਸਪਸ਼ਟ ਸ਼ਬਦਾਂ 'ਚ ਕਹਿ ਰਿਹਾ ਜੀ ਕਿ ਅਸੀਂ ਤਾਂ ਚਾਹੁੰਦੇ ਹਾਂ ਕਾਂਗਰਸ ਇਸ ਸਮਰਥਨ ਕਰੇ, ਕਿਉਂਕਿ ਕਾਂਗਰਸ ਨੂੰ ਵੀ ਪਤਾ ਹੈ ਕਿ ਰਾਜ ਸਭਾ ਦੇ ਵਿੱਚ 238 ਟੋਟਲ ਮੈਂਬਰ ਹੈ, ਬੀਜੇਪੀ ਕੋਲੇ 93 ਮੈਂਬਰ ਹੈ। ਅਗਰ ਕਾਂਗਰਸ ਵੀ ਚਾਹੁੰਦੀ ਹੈ ਕਿ ਬੀਜੇਪੀ ਦੀ ਜਿਹੜੀ ਹੈ ਫਾਸੀਵਾਦੀ ਰਾਜਨੀਤੀਆਂ ਨੂੰ, ਲੋਕਤੰਤਰ ਦੀ ਹੱਤਿਆ ਕਰਨ ਵਾਲੀ ਰਾਜਨੀਤੀਆਂ ਨੂੰ ਚੋਟ ਪਹੁੰਚਾਈ ਜਾਏ, ਤਾਂ ਇਹਨਾਂ ਨੂੰ ਇਸ ਮਸਲੇ ਦੇ ਉੱਤੇ ਸਾਡੇ ਨਾਲ ਖੜਨਾ ਚਾਹੀਦਾ, ਕਿਉਂਕਿ ਇਹ ਲੜਾਈ ਇਕੱਲੇ ਕੇਜਰੀਵਾਲ ਦੀ ਜਾਂ ਆਮ ਆਦਮੀ ਪਾਰਟੀ ਦੀ ਨਹੀਂ ਹੈ। ਮਿਹਰਬਾਨੀ, ਸਾਰਿਆਂ ਦੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਸਮਾਂ ਸਮਾਪਤ ਹੋ ਗਿਆ। ਤੁਸੀਂ ਬਣੇ ਰਹੋ ਸਾਂਝਾ ਟੀਵੀ ਨਾਲ। ਮੈਨੂੰ ਦਿਓ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ।